सुन सिद्धन के मतन को, श्री गुर सूरज ज्ञान। पने बचन तह प्रत तबै, निज मत करना खान। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀ, ਵੱਡੇ ਭਾਗ ਹਨ ਬਾਲਾ ਪ੍ਰੀਤਮ, ਅਸ਼ਟਮ ਬਲਬੀਰਾ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਐਸੀਆਂ ਅਜ਼ਮਤਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਨਾਲ ਜੁੜਨ ਦਾ, ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਆਪ ਜੀਆਂ ਨੇ ਬੜੇ ਪਿਆਰ ਸਹਿਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਹਜ਼ੂਰ ਸਨਮੁਖ ਹੋ ਕੇ ਬੈਠ ਕੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਉੱਥੇ ਹੀ ਹੁਣ ਸਮਾਂ ਹੈ ਸਤਿਗੁਰਾਂ ਦੇ ਇਸ ਪਾਵਨ ਸਥਾਨ ਦੀ ਮਰਿਆਦਾ ਅਨੁਸਾਰ ਗੁਰ ਇਤਿਹਾਸ ਦੀ ਵਿਚਾਰ ਦਾ। ਪਾਤਸ਼ਾਹ ਦੇ ਦਰਬਾਰ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ, ਜਾਹਰ ਪੀਰ ਜਗਤ ਗੁਰ ਬਾਬਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਦਾ ਉਪਦੇਸ਼ ਕਰਨ ਵਾਲੇ ਦਾਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਹੈ। ਪ੍ਰਸੰਗ ਜੋ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਸਿੱਧਾਂ ਦੇ ਨਾਲ, ਜੋ ਜੋਗੀਆਂ ਦੇ ਨਾਲ ਵਿਚਾਰ ਹੋਈ ਹੈ, ਗੋਸ਼ਟ ਹੋਈ ਹੈ, ਉਸ ਦਾ ਹੈ, ਜਿਸ ਦਾ ਮੂਲ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧ ਗੋਸ਼ਟ ਬਾਣੀ ਜੋ ਰਾਮਕਲੀ ਰਾਗ ਵਿੱਚ ਦਰਜ ਹੈ ਬਿਆਨ ਕੀਤਾ ਹੈ। ਜਪਜੀ ਸਾਹਿਬ ਅਤੇ ਰਾਮਕਲੀ ਕੀ ਵਾਰ ਅੰਦਰ ਵੀ ਥਾਂ ਪਰ ਥਾਂ ਸਤਿਗੁਰਾਂ ਨੇ ਇਹਨਾਂ ਗੋਸ਼ਟਾਂ ਦਾ, ਇਹਨਾਂ ਵਿਚਾਰਾਂ ਦਾ ਜ਼ਿਕਰ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜਿਹੜੇ ਲੋਕ ਸੰਸਾਰ ਨੂੰ ਤਿਆਗ ਚੁੱਕੇ ਸਨ, ਜਾਂ ਕਹਿ ਲਈਏ ਗ੍ਰਸਤ ਨੂੰ, ਸਮਾਜ ਨੂੰ ਨਿੰਦਦੇ ਸਨ, ਗੁਫਾਵਾਂ ਦੇ ਵਿੱਚ ਜਾ ਕੇ ਬੈਠ ਜਾਣਾ, ਜੰਗਲਾਂ ਵਿੱਚ ਜਾ ਕੇ ਬੈਠ ਜਾਣਾ, ਇਹਨਾਂ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਹੈ, ਸਮਾਜ ਦੀ ਸੇਵਾ ਵਿੱਚ ਲਾਉਣ ਦਾ ਹੈ। ਇਹਨਾਂ ਨੂੰ ਦੁਨੀਆ ਦਾ ਭਲਾ ਕਰਨ ਵਾਸਤੇ ਪਰਬਤਾਂ ਨੂੰ ਤਿਆਗ ਕੇ, ਜੰਗਲਾਂ ਨੂੰ ਤਿਆਗ ਕੇ ਮਨੁੱਖਤਾ ਦੇ ਵਿੱਚ ਆ ਕੇ ਉਹਨਾਂ ਦੀ ਸੇਵਾ ਕਰਨ ਦਾ, ਉਹਨਾਂ ਨੂੰ ਉਪਦੇਸ਼ ਕਰਨ ਦਾ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਉੱਥੇ ਹੀ ਜੋ ਇਹ ਦਿਨ ਚੱਲ ਰਹੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਦੀ ਸ਼ਹਾਦਤ, ਸਤਿਗੁਰਾਂ ਦੀ ਮਾਤਾ ਦੀ ਸ਼ਹਾਦਤ, ਜੋ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਆਰੰਭ ਹੋਈਆਂ ਨੇ। ਕਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹਾਦਤ ਦਿੱਤੀ, ਬਲੀਦਾਨ ਦਿੱਤਾ, ਮਨੁੱਖਤਾ ਦੇ ਭਲੇ ਵਾਸਤੇ, ਧਰਮ ਦੀ ਰਾਖੀ ਵਾਸਤੇ।
ਉਸੇ ਤਰ੍ਹਾਂ ਕਲਗੀਧਰ ਪਿਤਾ ਮਹਾਰਾਜ ਜੀ ਨੇ ਜ਼ੁਲਮ ਨੂੰ ਰੋਕਣ ਵਾਸਤੇ ਇਹ ਜਿਹੜੀ ਮਨੁੱਖਤਾ ਦੇ ਉੱਪਰ ਜ਼ੁਲਮ ਹੋ ਰਿਹਾ ਸੀ, ਮਨੁੱਖਤਾ ਦੇ ਹੱਕ ਖੋਏ ਜਾ ਰਹੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਹਾਨ ਖਾਲਸਾ ਜਿਹੜਾ ਸੀ ਉਹਦੇ ਨਿਯਮ ਬਣਾ ਕੇ ਪ੍ਰਗਟ ਕਰ ਦਿੱਤੇ ਕਿ ਖਾਲਸਾ ਉਹ ਆ ਜਿਹੜਾ ਗਰੀਬ ਦੀ ਰੱਖਿਆ ਕਰੇ, ਖਾਲਸਾ ਉਹ ਆ ਜਿਹੜਾ ਨਿਰਧਨ ਕੋ ਪਾਲੇ, ਖਾਲਸਾ ਉਹ ਆ ਜਿਹੜਾ ਮੜੀਆਂ ਮਸਾਣਾਂ ਦੀ ਪੂਜਾ ਨੂੰ ਛੱਡ ਕੇ ਕਰਤੇ ਦੀ ਪੂਜਾ ਵਿੱਚ ਲੱਗੇ। ਐਸੇ ਨਿਯਮ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ। ਔਰ ਜਦੋਂ ਆਪਾਂ ਆਪਣਾ ਸ਼ਹੀਦਾਂ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਅਸੀਂ ਅਰਦਾਸ ਦਾ ਇਹ ਫਿਕਰਾ ਪੜ੍ਹਦੇ ਹਾਂ ਤੀਸਰੇ ਨੰਬਰ ਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਇਹ ਕਿੱਥੋਂ ਪੈਦਾ ਹੋਈ ਹੈ ਭਾਈ? ਇਹ ਨਿੱਕੀਆਂ ਜਿੰਦਾਂ ਜਿਨ੍ਹਾਂ ਨੇ ਵੱਡੇ ਸਾਕੇ ਵਰਤਾਏ ਨੇ, ਇਹ ਉਹਨਾਂ ਦੇ ਜੀਵਨ ਵਿੱਚੋਂ, ਉਹਨਾਂ ਦੀ ਕੁਰਬਾਨੀ ਦੇ ਵਿੱਚੋਂ ਪੈਦਾ ਹੋਈ ਹੈ। ਇਹ ਸਾਰੀ ਰਹਿਮਤ ਜਿਹੜੀ ਹੈ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਦੋਂ ਆਪਾਂ ਸ਼ਹਾਦਤ ਪੜ੍ਹਦੇ ਹਾਂ, ਹਕੂਮਤਾਂ ਦੀ ਸਦਾ ਹੀ ਇਹ ਸੋਚ ਰਹੀ ਹੈ, ਜਿਹੜੀ ਵੀ ਜ਼ੁਲਮੀ ਹਕੂਮਤ ਬਣਦੀ ਹੈ ਉਹ ਜਿੱਥੇ ਸਮਾਜ ਤੇ ਜ਼ੁਲਮ ਕਰਦੀ ਉੱਥੇ ਸਤਿਪੁਰਖਾਂ ਤੇ ਵੀ ਜ਼ੁਲਮ ਕਰਦੀ ਹੈ। ਇਸੇ ਤਰ੍ਹਾਂ ਕਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਉਣਾ, ਕਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖਾਂ ਦਾ ਜਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ, ਜਾਂ ਕਹਿ ਲਈਏ ਸਾਡੇ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਅਤੇ ਉਸ ਤੋਂ ਬਾਅਦ ਦੇ ਜਿਹੜੀਆਂ ਲਹਿਰਾਂ ਚੱਲੀਆਂ, ਮੋਰਚੇ ਲੱਗੇ ਨੇ, ਇਹ ਸਾਰੇ ਹਕੂਮਤ ਦੇ ਜ਼ੁਲਮਾਂ ਵਿਰੁੱਧ ਨੇ, ਹਕੂਮਤ ਦੇ ਅਤਿਆਚਾਰਾਂ ਵਿਰੁੱਧ ਨੇ, ਹਕੂਮਤ ਦੇ ਗਰੀਬਾਂ ਦੇ ਹੱਕ ਖੋਹਣ ਦੇ ਵਿਰੁੱਧ ਨੇ। ਸੋ ਇਹ ਆਵਾਜ਼ ਪੈਦਾ ਹੁੰਦੀ ਜਦੋਂ ਆਪਾਂ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਦੇ ਹਾਂ। ਉੱਥੇ ਭਾਈ ਜਿਹੜਾ ਸੱਚ ਵਾਸਤੇ ਆਵਾਜ਼ ਉਠਾਉਂਦਾ ਆ, ਭਾਵੇਂ ਉਹ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਹੈ, ਸ਼ੇਰ ਮੁਹੰਮਦ ਖਾਂ, ਬੇਸ਼ੱਕ ਉਹਨੇ ਬਾਅਦ ਵਿੱਚ ਵੀ ਸਿੱਖ ਕੌਮ ਤੇ ਹਮਲੇ ਕੀਤੇ, ਫੌਜਾਂ ਦੇ ਨਾਲ ਹੋ ਕੇ ਲੜਿਆ, ਪਰ ਜਿਹੜੀ ਇੱਕ ਗੱਲ ਉਹਨੇ ਕਚਹਿਰੀ ਦੇ ਵਿੱਚ ਆਖ ਦਿੱਤੀ, ਹਾਂ ਦਾ ਨਾਅਰਾ ਮਾਰ ਦਿੱਤਾ, ਕੌਮ ਨੇ ਉਹਦੇ ਜਿੱਥੇ ਉਹ ਵਸਦਾ ਸੀ ਉਸ ਨਗਰ ਦੀ ਰੱਖਿਆ ਜੇ ਕਿਤੇ ਸਮਾਂ ਬਣਿਆ ਉਹਨਾਂ ਨੇ ਆਪ ਕੀਤੀ ਹੈ। ਭਾਵ ਕਿ ਸਿੱਖ ਕੌਮ ਦਾ ਇਹ ਸਦਾ ਹੀ ਸੁਭਾਅ ਰਿਹਾ ਕਿ ਜਿਸ ਵੀ ਰੱਬੀ ਪਿਆਰੇ ਨੇ ਕਦੇ ਹਾਂ ਦਾ ਨਾਅਰਾ ਵੀ ਮਾਰਿਆ, ਉਹਨਾਂ ਦੀ ਸੰਭਾਲ ਕਰਨੀ। ਇਹ ਕਲਗੀਧਰ ਪਿਤਾ ਮਹਾਰਾਜ ਜੀ ਦੇ ਜੀਵਨ ਤੋਂ ਸਾਨੂੰ ਪਤਾ ਲੱਗਦਾ ਹੈ। ਸਤਿਗੁਰ ਜੀ ਜਿੱਥੇ ਠਹਿਰਦੇ ਨੇ, ਜਿੱਥੇ ਕਿਸੇ ਨੇ ਕੋਈ ਸੇਵਾ ਕਮਾਈ ਹੈ, ਉੱਥੇ ਪਾਤਸ਼ਾਹ ਜੀ ਨੇ ਕਿਸੇ ਨੂੰ ਪੁੱਤਰਾਂ ਦੇ ਮਾਣ ਦਿੱਤਾ, ਕਿਸੇ ਨੂੰ ਹੁਕਮਨਾਮੇ ਲਿਖ ਕੇ ਦਿੱਤੇ। ਇਹੋ ਜਿਹਾ ਮਾਣ ਕੌਮ ਨੇ ਸਦਾ ਬਖਸ਼ਿਆ ਹੈ। ਸੋ ਭਾਈ ਜਦੋਂ ਆਪਾਂ ਦੇਖਦੇ, ਉੱਥੇ ਹੀ ਬਾਬਾ ਮੋਤੀ ਰਾਮ ਜੀ ਮਹਿਰਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ ਹੈ। ਦੇਖੋ ਉਦੋਂ ਵੀ ਸਾਰੀ ਹਕੂਮਤ ਵਿਰੁੱਧ ਹੈ, ਵਜ਼ੀਰ ਖਾਨ ਦੀ ਪੂਰੀ ਸਭਾ ਸੱਚ ਦੇ ਵਿਰੁੱਧ ਹੈ, ਉਹਦੇ ਅਹਿਲਕਾਰ ਸੱਚ ਦੇ ਵਿਰੁੱਧ ਨੇ, ਪਰ ਰੱਬ ਨੇ ਉਸੇ ਕੱਲੜ ਧਰਤੀ ਦੇ ਵਿੱਚ ਜਿੱਥੇ ਹਰਨਾਕਸ਼ ਵਰਗੀ ਸੋਚ ਸੀ, ਉੱਥੇ ਭਗਤ ਪ੍ਰਹਲਾਦ ਵਰਗਾ ਪੈਦਾ ਕਰ ਦਿੱਤਾ। ਇਸੇ ਤਰ੍ਹਾਂ ਹੀ ਭਾਈ ਇਹ ਜ਼ੁਲਮੀ ਹਕੂਮਤ ਦੇ ਅੰਦਰ ਹੀ ਰੱਬ ਨੇ ਇੱਕ ਐਸਾ ਪਿਆਰਾ ਪੈਦਾ ਕਰ ਦਿੱਤਾ ਜਿਹਦੇ ਕੋਲੋਂ ਇਹਨਾਂ ਦਾ ਜ਼ੁਲਮ ਜਿਹੜਾ ਦੇਖਿਆ ਨਹੀਂ ਗਿਆ ਕਿ ਇੰਨੇ ਦਿਨਾਂ ਤੋਂ ਸਾਹਿਬਜ਼ਾਦੇ ਭੁੱਖੇ ਨੇ, ਉਹਨਾਂ ਨੂੰ ਕੋਈ ਖੁਰਾਕ ਨਹੀਂ ਮਿਲੀ, ਮਾਂ ਭੁੱਖੀ ਹੈ, ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਹੈ। ਬੇਸ਼ੱਕ ਇਸ ਸੇਵਾ ਦੇ ਬਦਲੇ ਉਹਦੀ ਵੱਡੀ ਕੁਰਬਾਨੀ ਹੁੰਦੀ ਹੈ, ਵੱਡੀ ਸ਼ਹਾਦਤ ਹੁੰਦੀ ਹੈ,
ਭਾਈ ਪਰ ਉਹਦਾ ਇਤਿਹਾਸ ਹਮੇਸ਼ਾ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਨਾਲ ਜੁੜਿਆ ਰਹੇਗਾ। ਜਿੱਥੇ ਦੁਨੀਆ ਵੱਡੇ ਵੱਡੇ ਸ਼ਾਸਕਾਂ ਨੂੰ ਭੁੱਲ ਜਾਂਦੀ, ਉਹਨਾਂ ਨੂੰ ਲਾਹਨਤਾਂ ਪਾਉਂਦੀ ਰਹੇਗੀ, ਉੱਥੇ ਜਦੋਂ ਇਹੋ ਜਿਹੇ ਰੱਬੀ ਪਿਆਰੇ ਭਾਈ ਟੋਡਰ ਮੱਲ ਜੀ, ਬਾਬਾ ਮੋਤੀ ਰਾਮ ਜੀ ਮਹਿਰਾ, ਕੁੰਮੇ ਮਾਸਕੀ ਵਰਗੇ ਇਹੋ ਜਿਹੇ ਰੱਬੀ ਪਿਆਰਿਆਂ ਨੂੰ ਵੀ ਕੌਮ ਸਦਾ ਚੇਤੇ ਕਰਦੀ ਰਹੇਗੀ। ਸੋ ਭਾਈ ਇਹ ਐਸੀ ਕੌਮ ਆ ਜਿਹਦੀ ਨੀਂਹ ਸ਼ਹੀਦਾਂ ਦੇ ਸ਼ਹਾਦਤਾਂ ਦੇ ਉੱਪਰ ਆ। ਸੋ ਇਸ ਕਰਕੇ ਹਰੇਕ ਜਿਹੜੀ ਕੋਈ ਕੌਮ ਹੁੰਦੀ ਹੈ, ਉਹਦੀ ਜੇ ਵੇਖਿਆ ਜਾਵੇ ਦੀ ਤਾਕਤ ਕਿੰਨੀ ਹੈ, ਇਹਦੇ ਕੋਲ ਵਸੀਅਤ ਕਿੰਨੀ ਕਾ, ਉਹ ਉਹਦੇ ਸ਼ਹੀਦਾਂ ਤੋਂ ਪਰਖੀ ਜਾਂਦੀ ਹੈ। ਭਾਈ ਤੁਹਾਨੂੰ ਸਤਿਗੁਰਾਂ ਨੇ ਇਹ ਮਹਾਨ ਸ਼ਹੀਦਾਂ ਦਾ ਜਿਹੜਾ ਜਜ਼ਬਾ ਬਖਸ਼ਿਸ਼ ਕੀਤਾ ਹੈ, ਇਹ ਵੱਡੀਆਂ ਕੁਰਬਾਨੀਆਂ ਦੀ ਦਾਤ ਤੁਹਾਡੀ ਝੋਲੀ ਵਿੱਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਤੁਹਾਨੂੰ ਸਫਲਤਾ ਬਖਸ਼ਣ। ਸੋ ਆਓ ਪਾਵਨ ਇਤਿਹਾਸ ਦੇ ਨਾਲ ਜੁੜਨਾ ਕਰੀਏ, ਕਿਉਂਕਿ ਕੱਲ੍ਹ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਵਿਖੇ ਦਿੱਲੀ ਵੀ ਮਨਾਇਆ ਜਾਣਾ, ਫਤਿਹਗੜ੍ਹ ਸਾਹਿਬ ਵੀ ਮਨਾਇਆ ਜਾਣਾ। ਸੋ ਆਪਾਂ ਉਸ ਤਰ੍ਹਾਂ ਦੀ ਵਿਚਾਰ ਕੱਲ੍ਹ ਆਪਾਂ ਕਰਾਂਗੇ। ਆਓ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜਨਾ ਕਰੀਏ। ਜੋ ਲੜੀਵਾਰ ਇਤਿਹਾਸ ਸਤਿਗੁਰਾਂ ਦੇ ਦਰਬਾਰ ਵਿੱਚ ਚੱਲ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇੱਕ ਵਾਰ ਉਚਾਰਨ ਕਰੀਏ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਅਸ ਪ੍ਰਕਾਰ ਕੇ ਬਚਨ ਸੁਣ, ਸਿਧ ਸਰਬ ਤਹਿ ਕਾਰ। ਨਿਜ ਮਤ ਕੋ ਅਨੁਸਾਰ ਹੋਵੇ, ਬੋਲੇ ਪਰਮ ਰਸਾਲ। ਅਸ ਪ੍ਰਕਾਰ ਕੇ ਬਚਨ ਸੁਨ, ਸਿਧ ਸਰਬ ਤਿਹ ਕਾਲ। ਨਿਜ ਮਤ ਕੇ ਅਨੁਸਾਰ ਹਵੈ, ਬੋਲੇ ਪਰਮ ਰਸਾਲ। ਪਰਮ ਰਸਾਲ ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਬੋਲ ਜਿਹੜੇ ਸੀ ਇੰਨੇ ਮਿੱਠੇ, ਇੰਨੇ ਦੁਨੀਆ ਦਾ ਭਲਾ ਕਰਨ ਵਾਲੇ, ਦੁਨੀਆ ਨੂੰ ਜੀਵਨ ਬਖਸ਼ਣ ਵਾਲੇ, ਭੁੱਲਿਆਂ ਨੂੰ ਸਿੱਧੇ ਰਾਹ ਪਾਉਣ ਵਾਲੇ, ਐਸੇ ਬੋਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੋਲੇ। ਜਦੋਂ ਸਿੱਧਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਮਤ ਦੀ ਗੱਲ ਦੱਸੀ, ਆਪਾਂ ਪਿਛਲੀ ਵਿਚਾਰ ਵਿੱਚ ਸਰਵਣ ਕੀਤਾ ਹੋਵੇਗਾ, ਕਿਵੇਂ ਮੱਧ ਜਿਹੜਾ ਸ਼ਰਾਬ ਦਾ ਨਸ਼ਾ ਜਾਂ ਹੋਰ ਨਸ਼ੇ ਇਹ ਜੋਗੀ ਲੋਕ ਕਰਦੇ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਸਮਝਾਇਆ, ਭਾਈ ਜਿਹੜੀਆਂ ਤੁਸੀਂ ਸਮਾਧੀਆਂ ਇਹ ਨਸ਼ਿਆਂ ਦੇ ਸਿਰ ਤੇ ਲਾਉਂਦੇ ਹੋ, ਗੁਰਮਤਿ ਦੇ ਵਿੱਚ ਅਸੀਂ ਉਹਨੂੰ ਪ੍ਰਵਾਨ ਨਹੀਂ ਕਰਦੇ। ਇੱਥੇ ਤੇ ਭਾਈ ਅਸਲੀ ਸਮਾਧੀ ਪਰਮੇਸ਼ਰ ਦੀ ਕੀਰਤੀ ਕਰਨੀ ਤੇ ਖਲਕਤ ਦੀ ਸੇਵਾ ਕਰਨੀ ਹੈ, ਕਿ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ। ਗੁਰ ਸੇਵਾ ਜਿਹੜੀ ਹੈ ਇਹ ਸਾਰੇ ਤੱਪਾਂ ਦਾ ਸਾਰ ਆ। ਦੁਨੀਆ ਦੇ ਲੋਕ ਤਪ ਕਰਦੇ ਹੋਣਗੇ, ਦੁਨੀਆ ਦੇ ਵਿੱਚ ਬੜੇ ਬੜੇ ਤਰ੍ਹਾਂ ਦੇ ਤੱਪਾਂ ਦਾ ਜ਼ਿਕਰ ਆਉਂਦਾ ਹੈ। ਕੋਈ ਗ੍ਰਸਤ ਨੂੰ ਛੱਡ ਕੇ ਜਾਂਦਾ, ਕੋਈ ਅਵਧੂਤੀ ਬਣਦਾ ਆ, ਕੋਈ ਉਦਾਸੀ ਬਣਦਾ, ਕੋਈ ਬੈਰਾਗੀ ਬਣਦਾ ਆ, ਕੋਈ ਜਿਹੜਾ ਆ ਪਖੰਡੀ ਬਣਦਾ ਆ, ਕੋਈ ਕਿਸੇ ਤਰ੍ਹਾਂ ਦਾ। ਪਰ ਗੁਰਮਤਿ ਦੇ ਵਿੱਚ ਜਿਹੜਾ ਤਪ ਪ੍ਰਵਾਨ ਕੀਤਾ ਗਿਆ ਉਹ ਭਾਈ ਸੇਵਾ ਆ। ਸਾਰੇ ਤੱਪਾਂ ਦਾ ਜਿਹੜਾ ਸਾਰ ਆ, ਹਸਤੀ ਸਿਰ ਜਿਉ ਅੰਕਸ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਹ ਵੀ ਸੇਵ ਕਰੇ। ਇਹ ਜਿਹੜਾ ਸੇਵਾ ਦਾ ਸਿਧਾਂਤ ਹੈ, ਇਹ ਇਕੱਲਾ ਸਿੱਖਾਂ ਨੂੰ ਉਪਦੇਸ਼ ਨਹੀਂ। ਕਦੇ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹੀਏ, ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਅੰਦਰ ਆਪ ਸੇਵਾ ਕੀਤੀ ਹੈ। ਕਦੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਪੜ੍ਹੋ, ਭਾਈ ਲਹਿਣਾ ਜੀ ਦਾ ਜੀਵਨ ਪੜ੍ਹੋ, ਬਾਬਾ ਅਮਰਦਾਸ ਜੀ ਦਾ ਜੀਵਨ ਪੜ੍ਹੋ, ਭਾਈ ਜੇਠਾ ਜੀ ਦਾ ਜੀਵਨ ਪੜ੍ਹੋ, ਕਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹੋ। ਆਪਣੇ ਛੋਟੇ ਜਿਹੇ ਬਾਲ ਸ੍ਰੀ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਨਾਲ ਲੈ ਕੇ ਲਾਹੌਰ ਦੀਆਂ ਗਲੀਆਂ ਵਿੱਚ ਕਾਲ ਪਿਆ, ਦੁਨੀਆ ਦੀ ਸਹਾਇਤਾ ਕਰਦੇ ਨੇ। ਭਾਈ ਐਸਾ ਰਹਿਬਰ ਤੁਹਾਨੂੰ ਕਿਤੇ ਨਹੀਂ ਮਿਲਣਾ, ਜਿਹੜਾ ਆਪਣੇ ਬੱਚੇ ਵੀ ਦੁਨੀਆ ਦੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਪੰਥ ਦੀ ਝੋਲੀ ਵਿੱਚ ਪਾ ਦੇਵੇ। ਕੋਈ ਐਸਾ ਬਾਪ, ਸੰਸਾਰ ਦੇ ਧਰਮ ਪੜ੍ਹ ਲਵੋ। ਦਾਸ ਨੇ ਕਾਫੀ ਧਰਮਾਂ ਦੇ ਵਿੱਚ ਪੜ੍ਹਿਆ, ਕੋਈ ਐਸਾ ਰਹਿਬਰ ਨਹੀਂ ਹੋਇਆ ਜਿਨਨੇ ਆਪਣੇ ਬੱਚੇ
ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਹੋਏ ਦੇਖੇ ਹੋਣ। ਇਹੋ ਜਿਹੇ ਰਾਜੇ ਹੋਏ ਜਿਨ੍ਹਾਂ ਦੇ ਪੁੱਤਰ ਭਗਵਾਨ ਹੋਏ ਪਰ ਘਰੋਂ ਬਨਵਾਸ ਵਾਸਤੇ ਵੀ ਤੋਰਦੇ ਨੇ, ਉਹਨਾਂ ਦੀ ਕੀ ਹਾਲਤ ਬਣਦੀ ਸਾਡੇ ਸਾਹਮਣੇ ਹੈ। ਸੋ ਕਹਿਣ ਤੋਂ ਭਾਵ ਇਹ ਕਿ ਐਸੇ ਰਹਿਬਰ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਨੁੱਖਤਾ ਦੇ ਵਾਸਤੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਣ ਵਾਸਤੇ ਆਪਣੇ ਹੱਥੀਂ ਤੋਰਿਆ ਆ। ਭਾਈ ਐਸਾ ਪਿਤਾ ਸਾਨੂੰ ਕਿਤੇ ਨਹੀਂ ਮਿਲਣਾ। ਐਵੇਂ ਨਹੀਂ ਸਾਹਿਬ ਕਮਾਲ ਕਲਗੀਧਰ ਪਿਤਾ ਮਹਾਰਾਜ ਜੀ ਨੂੰ, ਆਪਾਂ ਦੂਸਰੇ ਗੁਰੂ ਸਾਹਿਬਾਨ ਵੀ ਹਨ, ਉਹਨਾਂ ਦੇ ਨਾਲ ਪਿਤਾ ਸ਼ਬਦ ਨਹੀਂ ਲੱਗਦਾ। ਜਦੋਂ ਕਲਗੀਧਰ ਪਿਤਾ ਜੀ ਦਾ ਜ਼ਿਕਰ ਆਵੇਗਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਹਨਾਂ ਦੇ ਨਾਮ ਦੇ ਨਾਲ ਪਿਤਾ ਸ਼ਬਦ ਵੀ ਆਵੇਗਾ। ਦਸ਼ਮੇਸ਼ ਪਿਤਾ, ਕਲਗੀਧਰ ਪਿਤਾ। ਆਪਾਂ ਇਸ ਕਰਕੇ ਜਾਣਦੇ ਕਿ ਉਹਨਾਂ ਨੇ ਜੋ ਉਹਨਾਂ ਦੇ ਬੱਚਿਆਂ ਤੋਂ ਆਪਣਿਆਂ ਤੋਂ ਕਾਰਜ ਕਰਵਾਇਆ, ਭਾਈ ਉਹਨੂੰ ਆਪਾਂ ਜਦੋਂ ਖਾਲਸਾ ਅੰਮ੍ਰਿਤ ਵੀ ਛਕਦਾ ਹੈ ਉਦੋਂ ਵੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਿਕਰ ਆਉਂਦਾ, ਮਾਤਾ ਸਾਹਿਬ ਕੌਰ ਦਾ ਜ਼ਿਕਰ ਆਉਂਦਾ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਦੇ ਰਸੀਏ, ਉਹਨਾਂ ਨੇ ਆਪਣੀ ਰਸਨਾ ਤੋਂ ਪਵਿੱਤਰ ਬਚਨ ਆਖੇ ਹਨ ਜੀ। ਅਸ ਪ੍ਰਕਾਰ ਕੇ ਬਚਨ ਸੁਣ, ਸਿੱਧ ਸਰਬ ਤਿਹ ਕਾਲ। ਨਿਜ ਮਤ ਕੇ ਅਨੁਸਾਰ ਹਵੈ, ਬੋਲੇ ਪਰਮ ਰਸਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧਾਂ ਨੂੰ ਇਹ ਉੱਤਰ ਦਿੱਤਾ ਕਿ ਭਾਈ ਸਾਡੇ ਵਿੱਚ ਇਹ ਜਿਹੜੇ ਨਸ਼ੇ ਨੇ ਇਹਨਾਂ ਦੀ ਪ੍ਰਵਾਨਗੀ ਨਹੀਂ, ਕੱਲੀ ਸਾਡੇ ਵਿੱਚ ਨਹੀਂ, ਦੁਨੀਆ ਦੀ ਹਰ ਮਨੁੱਖ ਨੂੰ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ। ਇਹਨਾਂ ਅਲਾਮਤਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਉਹ ਦੇਣਾ ਚਾਹੀਦਾ। ਅਮਲ ਕੇਵਲ ਪ੍ਰਸ਼ਾਦੇ ਦਾ ਰੱਖਣ ਦਾ ਹੁਕਮ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਹਨ ਜੀ। ਸੁਣ ਸਿੱਧਨ ਕੇ ਮਤਨ ਕੋ, ਸ੍ਰੀ ਗੁਰ ਸੂਰਜ ਗਿਆਨ। ਇਸ ਤਰ੍ਹਾਂ ਕਵੀ ਜੀ ਲਿਖਦੇ, ਹੁਣ ਜਿਵੇਂ ਸਿੱਧਾਂ ਨੇ ਗੱਲਾਂ ਆਖੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਉਹਨਾਂ ਦੇ ਬਚਨ ਜਿਹੜੇ ਸੀ, ਕਦੇ ਉਹ ਆਖਦੇ ਧੰਨ ਜੋਬਨ ਕੀ ਕਰੇ ਨਾ ਆਸਾ, ਪਰਤਰਿਆ ਅੰਗ ਨਾ ਲਾਵੇ ਪਾਸਾ, ਨਾਦ ਬਿੰਦ ਕਟ ਭੀਤਰ ਧਰੈ, ਤਿਸ ਕੀ ਸੇਵਾ ਪਰਬਤ ਕਰੈ। ਇਹ ਸਿੱਧਾਂ ਦੇ ਖਿਆਲ ਸਨ। ਇਹਦਾ ਭਾਵ ਕੀ ਹੈ? ਭਾਵ ਇਹ ਹੈ ਕਿ ਜਿਹੜਾ ਮਨੁੱਖ ਆ ਧਨ ਜੋਬਨ ਕੀ ਕਰੇ ਨਾ ਆਸਾ, ਕਹਿੰਦੇ ਮਨੁੱਖ ਦੇ ਅੰਦਰ ਧਨ ਦੀ ਪ੍ਰਾਪਤੀ ਦਾ ਖਿਆਲ ਨਹੀਂ ਆਉਣਾ ਚਾਹੀਦਾ। ਇਹ ਗੁਰਮਤਿ ਨਹੀਂ ਆਖਦੀ। ਗੁਰਮਤਿ ਵਿੱਚ ਧਨ ਨੂੰ ਕਮਾਉਣਾ ਇਹ ਗੁਜ਼ਰਾਨ ਵਾਸਤੇ ਜ਼ਰੂਰੀ ਹੈ। ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਸਾਨੂੰ ਕਿਰਤ ਕਰਨੀ ਚਾਹੀਦੀ ਹੈ। ਜੇ ਆਪਾਂ ਵਿਹਲੜ ਹੋ ਜਾਂਦੇ ਹਾਂ ਤੇ ਉਹਦੇ ਗੁਰਮਤਿ ਦੇ ਸਿਧਾਂਤ ਵਿੱਚ ਨਹੀਂ ਆਉਂਦੇ। ਸਤਿਗੁਰੂ ਜੀ ਨੇ ਆਖਿਆ ਤੇ ਸਿੱਧ ਆਖਦੇ ਨੇ, ਜੋਬਨ ਕੀ ਕਰੇ ਨਾ ਆਸਾ। ਭਾਈ ਜੀ ਜਵਾਨੀ ਨਹੀਂ ਹੋਵੇਗੀ ਜੇ ਤੁਸੀਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖੋਗੇ ਤੇ ਆਪਣੇ ਦੇਸ਼ ਦੀ ਗਰੀਬਾਂ ਦੀ ਰੱਖਿਆ ਕਿਵੇਂ ਕਰ ਸਕੋਗੇ? ਜਿਹੜਾ ਮਨੁੱਖ ਆਪਣੀ ਰੱਖਿਆ ਨਹੀਂ ਕਰ ਸਕਦਾ ਦੂਸਰੇ ਦੀ ਕੀ ਕਰੇਗਾ? ਸਤਿਗੁਰਾਂ ਨੇ ਸਾਨੂੰ ਮੱਲ ਅਖਾੜੇ ਗੁਰਦੁਆਰੇ ਰਾਹੀਂ ਇਹ ਉਪਦੇਸ਼ ਕੀਤਾ ਆ ਕਿ ਜਿੱਥੇ ਆਪਾਂ ਸੋਹਣਾ ਜੀਵਨ ਬਣਾਉਣਾ ਤੇ ਸਾਡੀ ਖੁਰਾਕ ਵੀ ਸੋਹਣੀ ਹੋਣੀ ਚਾਹੀਦੀ ਹੈ। ਸਿੱਖ ਦੀ ਖੁਰਾਕ ਵਧੀਆ ਹੋਣੀ ਚਾਹੀਦੀ ਹੈ, ਪਰ ਉਹਦੇ ਵਿੱਚ ਨਸ਼ਿਆਂ ਦਾ ਸੇਵਨ ਨਾ ਹੋਵੇ। ਜਿਹੜੀਆਂ ਚੰਗੀਆਂ ਚੀਜ਼ਾਂ ਧਰਤੀ ਨੇ ਸਾਨੂੰ ਬਖਸ਼ੀਆਂ ਨੇ ਪ੍ਰਮਾਤਮਾ ਨੇ, ਉਹ ਛਕਣ 'ਚ ਕੋਈ ਹਰਜ ਨਹੀਂ ਹੈ। ਧਨ ਜੋਬਨ ਕੀ ਕਰੇ ਨਾ ਆਸਾ। ਭਾਈ ਸਿੱਖ ਨੇ ਧਨ ਵੀ ਕਮਾਉਣਾ ਆ। ਅਰਬੀ ਪਿਆਰੇ ਕਈ ਕਮਾਉਂਦੇ ਨੇ ਨਾ, ਪਰ ਉਹਨੂੰ ਸੇਵਾ ਵਿੱਚ ਲਾਉਂਦੇ ਨੇ। ਬੜੇ ਬੜੇ ਕਾਰੋਬਾਰੀ ਨੇ, ਬੜੇ ਬੜੇ ਸਤਿਗੁਰਾਂ ਨੇ ਜਿਨ੍ਹਾਂ ਨੂੰ ਧਨ ਬਖਸ਼ਿਆ, ਉਹ ਆਪਣੇ ਧਨ ਨੂੰ ਜਦੋਂ ਸਮਾਂ ਆਉਂਦਾ ਆ ਸਫਲਾ ਵੀ ਕਰ ਜਾਂਦੇ ਨੇ। ਭਾਈ ਧਨ ਕਮਾਉਣਾ ਮਨਾ ਨਹੀਂ ਗੁਰਮਤਿ ਵਿੱਚ। ਵਪਾਰ ਕਰੋ, ਕਿਰਤ ਕਰੋ, ਜੋ ਕਰਨਾ ਕਰੋ, ਪਰ ਉਸ ਧਨ ਦੀ ਵਰਤੋਂ ਜਿਹੜੀ ਕਰਨੀ ਹੈ ਇਹਦੇ ਬਾਰੇ ਜਦੋਂ ਸੋਚਣਾ ਜ਼ਰੂਰ ਹੈ ਥੋੜ੍ਹਾ, ਵੀ ਇਹ ਨਾ ਹੋਵੇ ਆਪਾਂ ਧਨ ਕਮਾਇਆ ਉਹਦੀ ਵਰਤੋਂ ਜਿਹੜੀ ਹੈ ਐਸੋ ਇਸਰਤਾ ਵੱਲ ਕਰਨੀ ਸ਼ੁਰੂ ਕਰ ਦਈਏ। ਫਿਰ ਤੇ ਜੋਗੀ ਚੰਗੇ ਨੇ ਕਹਿੰਦੇ ਭਾਈ ਨਹੀਂ ਕਮਾਉਣਾ ਚਾਹੀਦਾ, ਪਰ ਨਹੀਂ, ਸਿੱਖ ਨੇ ਧਨ ਕਮਾਉਣਾ ਆ। ਜਿੱਥੇ ਉਹਨੇ ਆਪਣੇ ਬੱਚੇ ਪੜ੍ਹਾਉਣੇ ਨੇ, ਸਾਡੇ ਆਸ-ਪਾਸ ਕੋਈ ਬੱਚਾ ਜਿਹੜਾ ਪੜ੍ਹਾਈ ਤੋਂ ਨਹੀਂ ਰਹਿਣਾ ਚਾਹੀਦਾ, ਕੋਈ ਇਲਾਜ ਤੋਂ ਨਹੀਂ ਰਹਿਣਾ ਚਾਹੀਦਾ, ਕੋਈ ਭੁੱਖਾ ਨਹੀਂ ਸੌਣਾ ਚਾਹੀਦਾ। ਜੋ ਸਤਿਗੁਰਾਂ ਨੇ ਨਿਯਮ ਬਖਸ਼ਿਆ ਹੈ
ਕਿ ਭਾਈ ਇੱਕ ਇੱਕ ਲੰਗਰ ਦੀ ਪਰਖ ਕਰਦੇ ਸਨ ਸਤਿਗੁਰੂ ਜੀ। ਕਵੀ ਜੀ ਲਿਖਦੇ, ਪਾਤਸ਼ਾਹ ਨੇ ਆਖਿਆ ਕਰੇ ਨਾ ਆਸਾ, ਇਹ ਸਿੱਧਾਂ ਦਾ ਖਿਆਲ ਹੈ। ਸਿੱਖ ਦਾ ਜੀਵਨ ਇਹ ਨਹੀਂ ਹੈ। ਸਿੱਖ ਜੀਵਨ ਵਿੱਚ ਧਨ ਵੀ ਕਮਾਵੇ, ਜਿੰਨਾ ਹੋ ਸਕਦਾ ਆਪਣੀ ਕਿਰਤ ਨਾਲ ਕਮਾਉਣਾ ਚਾਹੀਦਾ ਹੈ। ਤੇ ਜੋਬਨ ਕੀ ਕਰੇ ਨਾ ਆਸਾ, ਸਰੀਰ ਵੀ ਵਧੀਆ ਹੋਣਾ ਚਾਹੀਦਾ ਹੈ, ਸਰੀਰ ਤੁਹਾਡਾ ਤੰਦਰੁਸਤ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਸਾਡੇ ਕੋਲ, ਕਿਉਂਕਿ ਗੁਰੂ ਨੇ ਸਾਨੂੰ ਖੇਡਾਂ ਵੀ ਬਖਸ਼ੀਆਂ, ਜਿੱਥੇ ਧਨ ਬਖਸ਼ਿਆ ਇੰਨੇ ਵੀ ਧਨ ਦੇ ਪੁਜਾਰੀ ਨਾ ਬਣ ਜਾਈਏ ਕਿ ਆਪਣੀ ਸਿਹਤ ਦਾ ਖਿਆਲ ਵੀ ਨਾ ਰੱਖੀਏ। ਉੱਥੇ ਸਾਨੂੰ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਹੀ ਘੋੜ ਸਵਾਰੀ, ਸ਼ਸਤਰਬਾਜੀ, ਨੇਜਾਬਾਜੀ, ਇਹ ਖੇਡਾਂ ਕਿਉਂ ਦਿੱਤੀਆਂ ਨੇ ਸਾਨੂੰ? ਭਾਈ ਮੱਖਣ ਸ਼ਾਹ ਜੀ ਵਰਗੇ ਵੱਡੇ ਵੱਡੇ ਵਪਾਰੀ ਹੋਏ ਨੇ, ਪਰ ਸਿਪਾਹੀ ਵੀ ਨੇ। ਭਾਈ ਉੱਥੇ ਅੱਜ ਸਾਡੇ ਕੋਲ ਨਾ ਗੁਰੂ ਦਾ ਸ਼ਸਤਰ ਆ, ਨਾ ਗੁਰੂ ਦੀ ਸਿੱਖਿਆ ਆ। ਧਨ ਆਪਾਂ ਇਕੱਲਾ ਕਮਾਉਣ ਤੇ ਜ਼ੋਰ ਲਾਇਆ। ਧਨ ਕਮਾਓ, ਧਨ ਕਮਾਉਣਾ ਮਾੜੀ ਗੱਲ ਨਹੀਂ, ਪਰ ਉਹਦੇ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਹੈ। ਗੁਰੂ ਸਾਹਿਬ ਜੀ ਨੇ ਸਹੀ ਦੀ ਬੜੀ ਉਪਮਾ ਕੀਤੀ ਹੈ। ਭਾਈ ਉੱਥੇ ਸਾਡੇ ਇਹ ਫਰਜ਼ ਨੇ। ਪਰਤਰੀਆ ਅੰਗ ਨਾ ਲਾਵੇ ਪਾਸਾ, ਇਹ ਜੋਗੀਆਂ ਦਾ ਖਿਆਲ ਹੈ ਕਿ ਪਰਤਰੀਆ ਅੰਗ ਨਾ ਲਾਵੇ ਪਾਸਾ, ਗ੍ਰਸਤ ਨੂੰ ਤਿਆਗਣ ਦੀ ਗੱਲ ਜੋਗੀਆਂ ਦੀ ਹੈ, ਸਿੱਖ ਦੀ ਨਹੀਂ। ਸਿੱਖ ਦਾ ਫਰਜ਼ ਹੈ ਗ੍ਰਸਤੀ ਹੋਵੇ, ਪਰ ਗ੍ਰਸਤੀ ਇਹੋ ਜਿਹਾ ਨਾ ਹੋਵੇ, ਗ੍ਰਸਤੀ ਹੋਵੇ ਔਰ ਜਤ ਸਤ ਦਾ ਧਾਰਨੀ ਹੋਵੇ। ਉਹਦੇ ਮਨ ਵਿੱਚ ਦੋਵਾਂ ਵਾਸਤੇ ਜੋ ਹੁਕਮ ਆ, ਇਸਤਰੀ ਵਾਸਤੇ ਆਪਣੇ ਧਰਮ ਪਤੀ ਤੋਂ ਬਿਨਾਂ ਬਰਾਬਰ ਦੇ ਭਰਾ, ਵੱਡੇ ਪਿਤਾ, ਛੋਟੇ ਬੱਚੇ, ਤੇ ਇਸੇ ਤਰ੍ਹਾਂ ਵੀਰਾਂ ਵਾਸਤੇ ਹੁਕਮ ਜਿਹੜਾ ਇਸਤਰੀ ਤੇ ਪੁਰਸ਼ ਵਾਸਤੇ ਬਰਾਬਰ ਹੁਕਮ ਹੈ, ਉਹਦਾ ਧਾਰਨੀ ਬਣੇ। ਇੱਥੇ ਗ੍ਰਸਤ ਨੂੰ ਤਿਆਗਣ ਦੀ ਗੱਲ ਨਹੀਂ ਹੈ, ਇੱਥੇ ਗ੍ਰਸਤ ਨੂੰ ਨਿਭਾਉਣ ਦੀ ਗੱਲ ਹੈ ਕਿ ਸਾਡੇ ਜੀਵਨ ਦੇ ਗ੍ਰਸਤ ਦੋ ਪਹੀਏ ਨੇ, ਆਪਾਂ ਇਸਤਰੀ ਤੇ ਪੁਰਸ਼। ਸੋ ਇਹਨਾਂ ਦੋਨਾਂ ਨੂੰ ਬਰਾਬਰ ਜਿਹੜਾ ਸਤਿਗੁਰਾਂ ਨੇ ਬਹੁਤ ਮੰਨ ਦਿੱਤਾ ਹੈ। ਸਕਲ ਧਰਮ ਹੈ ਗ੍ਰਸਤ ਪ੍ਰਧਾਨ ਦੀ ਗੱਲ ਕੀਤੀ ਹੈ ਕਿ ਇੱਥੇ ਸਤਿਗੁਰੂ ਜੀ ਨੇ ਜੋ ਸਮਝਾਇਆ ਸਿੱਧਾਂ ਦੀ ਗੱਲ ਹੈ ਕਿ ਪਰਿਵਾਰਾਂ ਦਾ ਤਿਆਗ ਕਰਨਾ ਚਾਹੀਦਾ। ਨਹੀਂ ਭਾਈ, ਸਿੱਖੀ ਆਖਦੀ ਹੈ ਤੁਹਾਡੀ ਸਮਾਜਿਕ ਸਾਂਝ ਵੀ ਸੋਹਣੀ ਹੋਣੀ ਚਾਹੀਦੀ ਹੈ, ਤੁਹਾਡੇ ਪਰਿਵਾਰਕ ਰਿਸ਼ਤੇ ਵੀ ਵਧੀਆ ਹੋਣੇ ਚਾਹੀਦੇ ਨੇ। ਭਾਵ ਜਿਹੜੀ ਚੀਜ਼ ਸਾਡੇ ਅੰਦਰੋਂ ਅੱਜ ਦੂਰ ਹੋ ਰਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡਾ ਇਹੋ ਜਿਹਾ ਜੀਵਨ ਬਣਾਇਆ, ਕਿਤੇ ਲੋੜ ਪਈ ਹੈ ਇਕੱਠੇ ਵੀ ਹੋਣਾ ਆ, ਤੇ ਜੇ ਕਿਤੇ ਜੰਗ ਅਭਿਆਸ ਵਿੱਚ ਆਪਸ ਵਿੱਚ ਕਿਤੇ ਕੋਈ ਗੱਲਬਾਤ ਹੋ ਗਈ, ਉਹਦੀ ਪਰਵਾਹ ਨੂੰ ਛੱਡ ਦੇਣਾ ਆ। ਜਥੇਬੰਦੀਆਂ ਜਿਹੜੀਆਂ ਉਸ ਸਮੇਂ ਮਿਸਲਾਂ ਸੀ, ਉਹਨਾਂ ਦਾ ਨਿਯਮ ਸੀ। ਬੇਸ਼ੱਕ ਉਹਨਾਂ ਦਾ ਆਪਸ ਵਿੱਚ ਭਾਵੇਂ ਕਿ ਕਈ ਤਰ੍ਹਾਂ ਦਾ ਵਿਰੋਧ ਹੁੰਦਾ ਸੀ, ਪਰ ਜਦੋਂ ਦੁਸ਼ਮਣ ਨੂੰ ਸੋਧਣ ਦੀ ਗੱਲ ਆਉਂਦੀ ਸੀ ਨਾ, ਉਹ ਸਾਰੇ ਇੱਕ ਹੋ ਜਾਂਦੇ ਸਨ। ਕਵੀ ਜੀ ਲਿਖਦੇ, ਨਾਦ ਬਿੰਦ ਘਟ ਭੀਤਰ ਧਰੈ, ਆਪਣੇ ਜੀਵਨ ਨੂੰ ਸੋਹਣਾ ਰੱਖਣਾ ਆ, ਆਪਣੀ ਜਵਾਨੀ ਨੂੰ ਬਰਬਾਦ ਨਹੀਂ ਕਰਨਾ, ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖਣਾ ਹੈ। ਔਰ ਤਿਸ ਕੀ ਸੇਵਾ ਪਰਬਤ ਕਰੈ, ਇਹ ਸਿੱਧਾਂ ਦੇ ਖਿਆਲ ਸੀ ਕਿ ਇਹਨੂੰ ਤਿਆਗ ਦੇਣਾ ਚਾਹੀਦਾ, ਨਸ਼ਿਆਂ ਦੀ ਵਰਤੋਂ ਕਰੋ, ਸਰੀਰ ਨੂੰ ਕਮਜ਼ੋਰ ਕਰੋ। ਉਹਨਾਂ ਦਾ ਖਿਆਲ ਇਹ ਸੀ ਕਿ ਸਰੀਰ ਕਮਜ਼ੋਰ ਹੋਵੇਗਾ, ਇਹਦੇ ਵਿੱਚੋਂ ਫੁਰਨੇ ਉਤਪੰਨ ਨਹੀਂ ਹੋਣਗੇ। ਪਰ ਸਰੀਰ ਤੇ ਡੱਡੂ ਦੀ ਨਿਆਈ ਹੈ। ਡੱਡੂ ਜਦੋਂ ਪਾਣੀ ਪੈਂਦਾ ਹੈ ਫੇਰ ਬੋਲਣ ਲੱਗ ਪੈਂਦਾ ਹੈ। ਫੁਰਨੇ ਕਦੇ ਸਾਡੇ ਅੰਦਰੋਂ ਨਹੀਂ ਮੁੱਕ ਸਕਦੇ, ਪਰ ਇਹਨੂੰ ਚੰਗੇ ਪਾਸੇ ਲਾ ਲੈਣਾ ਹੈ। ਗੁਰਮਤਿ ਅਨੁਸਾਰ ਤੁਸੀਂ ਗ੍ਰਸਤ ਧਾਰਨ ਕਰਨਾ ਹੈ, ਗ੍ਰਸਤੀ ਹੋਣਾ ਹੈ, ਪਰ ਆਪਣੇ ਨਿਯਮ ਵਿੱਚ ਵੀ ਰਹਿਣਾ ਹੈ, ਜਤ ਸਤ ਦੇ ਧਾਰਨੀ ਰਹਿਣਾ ਹੈ। ਇਹ ਗੁਰਮਤਿ ਆਖਦੀ, ਜੋ ਸਿੱਧ ਆਖਦੇ ਨੇ, ਗੁਰਮਤਿ ਇਸ ਗੱਲ ਦਾ ਖੰਡਨ ਕਰਦੀ ਹੈ ਜੀ। ਸੁਣ ਸਿੱਧਨ ਕੇ ਮਤਨ ਕੋ, ਸ੍ਰੀ ਗੁਰ ਸੂਰਜ ਗਿਆਨ। ਹੁਣ ਦੇਖੋ ਸਿੱਧਾਂ ਨੇ ਜੋ ਮਨ ਵਿੱਚ ਖਿਆਲ ਸੀ, ਹੁਣ ਸਤਿਗੁਰਾਂ ਨੇ ਸੰਖੇਪ ਰੂਪ ਵਿੱਚ ਬਾਣੀ ਦੇ ਕੁਝ ਪੰਕਤੀਆਂ ਨੇ ਉਹਦੇ ਬਾਰੇ ਲਿਖਿਆ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਹੁਣ ਗੰਗਾ ਦੇ ਜਲ ਨੂੰ ਪਵਿੱਤਰ ਮੰਨਿਆ ਗਿਆ, ਬੇਸ਼ੱਕ ਅੱਜ ਨਹੀਂ ਪਰ ਕਦੇ ਪਵਿੱਤਰ ਸੀ। ਕਵੀ ਜੀ ਲਿਖਦੇ, ਸੋ ਗਿਰਹੀ ਜੋ ਨਿਗ੍ਰਹ ਕਰੇ। ਅਸਲ ਵਿੱਚ ਗ੍ਰਸਤੀ ਕੌਣ ਆ? ਜਿਹੜਾ ਆਪਣੀਆਂ ਵਾਸਨਾਵਾਂ ਨੂੰ ਕਾਬੂ ਰੱਖ ਕੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਆ।
ਜਿਹੜਾ ਜ਼ਿੰਮੇਵਾਰੀਆਂ ਛੱਡ ਦਿੰਦਾ ਉਹ ਗ੍ਰਸਤੀ ਨਹੀਂ ਹੈ। ਸਤਿਗੁਰੂ ਜੀ ਨੇ ਹਰ ਇੱਕ ਜੀਵਨ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ, ਗ੍ਰਸਤੀ ਨੂੰ ਵੀ ਸਿੱਖਿਆ ਦਿੱਤੀ ਹੈ। ਗ੍ਰਸਤੀ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਪ ਤਪ ਸੰਜਮ ਭੀਖਿਆ ਕਰੇ, ਕਹਿੰਦੇ ਉਹ ਰੱਬ ਦੇ ਕੋਲੋਂ ਇਹ ਚੀਜ਼ਾਂ ਦੀ ਦਾਤ ਮੰਗੇ। ਪੁੰਨ ਦਾਨ ਕਾ ਕਰੇ ਸਰੀਰ। ਹੁਣ ਜਿਹੜੇ ਗ੍ਰਸਤੀ ਦੇ ਕਦੇ ਕਿਸੇ ਨੂੰ ਪਾਣੀ ਨਾ ਪਿਆਇਆ ਹੋਵੇ, ਕਿਸੇ ਨੂੰ ਪ੍ਰਸ਼ਾਦਾ ਹੀ ਨਾ ਛਕਾਇਆ ਹੋਵੇ, ਉਹ ਕਾਹਦਾ ਗ੍ਰਸਤੀ ਹੈ। ਜਿਹਦੇ ਲਾਗੇ ਦੁਨੀਆ ਭੁੱਖੀ ਮਰਦੀ ਹੋਵੇ, ਆਪ ਉਹ ਕਈ ਤਰ੍ਹਾਂ ਦੇ ਪਕਵਾਨ ਖਾਂਦਾ ਹੋਵੇ, ਉਹ ਗ੍ਰਸਤੀ ਨਹੀਂ ਹੈ। ਭਾਈ ਗ੍ਰਸਤੀ ਤੇ ਉਹ ਆ ਜਿਹੜਾ ਆਪ ਵੀ ਰੱਜ ਕੇ ਛਕਦਾ ਆ ਤੇ ਦੂਸਰੇ ਨੂੰ ਵੀ ਛਕਾਉਂਦਾ ਆ। ਸੋ ਗ੍ਰਹੀ ਗੰਗਾ ਕਾ ਨੀਰ, ਉਹਦਾ ਜੀਵਨ ਗੰਗਾ ਦੇ ਜਲ ਵਰਗਾ ਆ। ਜਿਹਦੇ ਮਨ ਵਿੱਚ ਦਵੈਸ ਨਹੀਂ, ਜਿਹਦੇ ਮਨ ਵਿੱਚ ਭੇਦ ਭਾਵ ਨਹੀਂ, ਜਿਹਦੇ ਮਨ ਦੇ ਵਿੱਚ ਈਰਖਾ ਨਹੀਂ। ਬੇਸ਼ੱਕ ਦੁਨੀਆ ਦੇ ਲੋਕ ਕਈ ਜਣ ਸਾਡੇ ਕੰਮ ਇਹੋ ਜਿਹੇ ਨੇ, ਪਰ ਜਿੰਨਾ ਚਿਰ ਦੁਨੀਆ ਨੂੰ ਸਾਹਮਣੇ ਦਿਸਦਾ ਆ, ਇੱਕ ਪਾਸੇ ਅਸੀਂ ਹਜ਼ਾਰਾਂ ਲੱਖਾਂ ਲੋਕਾਂ ਤੇ ਜ਼ੁਲਮ ਕਰਦੇ ਹੋਈਏ, ਦੂਸਰੇ ਪਾਸੇ ਆਪਣੇ ਕਰਮਾਂ ਨੂੰ ਆਖੀਏ ਸਾਡੇ ਕਰਮ ਪਵਿੱਤਰ ਨੇ, ਸਾਡੇ ਕੰਮ ਕਾਜ ਇਸ ਤਰ੍ਹਾਂ ਦੇ ਪਵਿੱਤਰ ਨੇ। ਸੋ ਗਿਰਹੀ ਗੰਗਾ ਕਾ ਨੀਰ, ਭਾਈ ਉਹ ਜਿਹੜਾ ਗ੍ਰਸਤੀ ਹੈ ਨਾ, ਉਹ ਗੰਗਾ ਦੇ ਜਲ ਵਰਗਾ ਆ। ਬੋਲੇ ਈਸ਼ਰ ਸਤ ਸਰੂਪ, ਸਤਿਗੁਰੂ ਜੀ ਕਹਿਣ ਲੱਗੇ, ਐ ਈਸ਼ਰ ਜੇ ਤੂੰ ਵੀ ਰੱਬ ਨੂੰ ਧਿਆਵੇਂ ਨਾ, ਰੱਬ ਕਿਹੜਾ ਆ, ਜਿਹਦੀ ਕੋਈ ਨਿਸ਼ਾਨੀ ਨਹੀਂ, ਜਿਹਦਾ ਕੋਈ ਰੂਪ ਰੰਗ ਨਹੀਂ, ਇਹ ਸਤਿਗੁਰੂ ਜੀ ਆਖਦੇ ਹਨ ਜੀ। ਸੋ ਅਵਧੂਤੀ ਜੋ ਧੂਪੇ ਆਪ, ਵਿਖਿਆ ਭੋਜਨ ਕਰੇ ਸੰਤਾਪ। ਹੁਣ ਕਈਆਂ ਦਾ ਜੀਵਨ ਜਿਹੜਾ ਹੁੰਦਾ ਆ, ਆਪਣੇ ਤਨ ਨੂੰ ਸਾੜਦੇ ਨੇ, ਇੰਨੇ ਤਪ ਕਰਦੇ ਨੇ। ਪਾਤਸ਼ਾਹ ਨੇ ਆਖਿਆ ਤਨ ਨੂੰ ਸਾੜਨ ਦੀ ਲੋੜ ਨਹੀਂ, ਸਾੜਨਾ ਇਹਦੇ ਆਪਣੇ ਅੰਦਰੋਂ ਜਿਹੜੀਆਂ ਮਾੜੀਆਂ ਵਿਚਾਰਾਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਸਾੜਨਾ ਕਰੋ। ਸੋ ਅਧੂਤੀ ਜੋ ਧੂਪ ਹੈ ਆਪ, ਜਿਹੜਾ ਆਪਣੇ ਅੰਦਰੋਂ ਮਾੜੇ ਭਾਵ ਨੂੰ ਸਾੜ ਦਿੰਦਾ ਆ, ਜਿਹੜਾ ਆਪਣੇ ਅੰਦਰੋਂ ਈਰਖਾ ਨੂੰ ਸਾੜ ਦਿੰਦਾ ਆ। ਫਿਰ ਆਖਦੇ ਸੋ ਅਧੂਤੀ ਜੋ ਭੋਜਨ ਕਰੇ ਸੰਤਾਪ, ਭਾਈ ਇਹੋ ਜਿਹਾ ਭੋਜਨ ਉਹਦਾ ਹੋਵੇ ਜਿਹੜਾ ਮਾੜੀਆਂ ਚੀਜ਼ਾਂ ਨੂੰ ਖਤਮ ਕਰ ਦੇਵੇ, ਚੰਗੀਆਂ ਨੂੰ ਸੰਭਾਲੇ। ਐਸੇ ਅਧੂਤੀ ਦੀ ਸਤਿਗੁਰੂ ਜੀ ਗੱਲ ਕਰਦੇ ਹਨ ਜੀ। ਔਹਟ ਪਟਨ ਮੈਂ ਭੀਖਿਆ ਕਰੈ, ਸੋ ਅਧੂਤੀ ਸ਼ਿਵਪੁਰ ਚੜੈ। ਭਾਈ ਉਹੀ ਰੱਬ ਦੇ ਘਰ ਵਿੱਚ ਜਾਂਦਾ, ਇਹ ਸਤਿਗੁਰੂ ਜੀ ਆਖਦੇ ਹਨ ਜੀ। ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖ ਨ ਰੂਪ। ਪਾਤਸ਼ਾਹ ਜੀ ਜਿਵੇਂ ਪਹਿਲੋਂ ਸਤਿਗੁਰਾਂ ਨੇ ਆਖਣਾ ਕੀਤਾ ਕਿ ਈਸ਼ਰ ਜਿਹੜਾ ਸਤ ਸਰੂਪ ਕਵੇ, ਫਿਰ ਸਤਿਗੁਰੂ ਜੀ ਆਖਦੇ ਗੋਰਖ ਤੂੰ ਵੀ ਸਤ ਸਰੂਪ ਨੂੰ ਚੇਤੇ ਕਰ। ਸਤ ਸਰੂਪ ਕੌਣ ਆ? ਪਰਮੇਸ਼ਰ, ਵਾਹਿਗੁਰੂ, ਪਰਮਾਤਮਾ। ਕਹਿੰਦੇ ਜੇ ਤੂੰ ਉਹਨੂੰ ਧਿਆਉਣਾ ਹੈ, ਉਹਨੂੰ ਯਾਦ ਕਰਦਾ ਹੈ, ਤੂੰ ਵੀ ਉਹਦੇ ਵਿੱਚ ਲੀਨ ਹੋ ਸਕਦਾ ਹੈ। ਸਤਿਗੁਰੂ ਜੀ ਆਖਦੇ ਹਨ ਜੀ। ਸੋ ਉਦਾਸੀ ਜੇ ਪਾਲੈ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਉਦਾਸੀ ਕੀ ਹੈ? ਉਦਾਸੀ ਇਹ ਨਹੀਂ ਹੈ ਬੱਚੇ ਛੱਡ ਦਿਓ ਜੀ, ਮੇਰਾ ਮਨ ਬੈਰਾਗ ਆ ਗਿਆ ਮਨ ਵਿੱਚ, ਪਰਿਵਾਰ ਛੱਡ ਦਿੱਤਾ, ਆਪਣਾ ਕਾਰੋਬਾਰ ਛੱਡ ਦਿੱਤਾ, ਇਹ ਉਦਾਸੀ ਨਹੀਂ ਹੈ। ਤੁਸੀਂ ਕਾਰੋਬਾਰ ਕਰਦਿਆਂ ਹੋਇਆਂ, ਆਪਣੀ ਪਰਿਵਾਰ ਫੈਮਿਲੀ ਵਿੱਚ ਰਹਿੰਦਿਆਂ ਹੋਇਆਂ, ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ ਦੇ ਸਿਧਾਂਤ ਅਨੁਸਾਰ, ਕਿ ਜਿਵੇਂ ਜਲ ਵਿੱਚ ਰਹਿੰਦਿਆਂ ਕਮਲ ਨਿਰਾਲਮ ਹੈ, ਨਿਰਲੇਪ ਹੈ, ਜਿਵੇਂ ਮੁਰਗਾਬੀ ਪਾਣੀ ਵਿੱਚ ਤੈਰਦੀ, ਉਹਦੇ ਖੰਭ ਨਹੀਂ ਭਿੱਜਦੇ, ਧਨ ਕਮਾਈਏ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਏ, ਪਰ ਇਹਨਾਂ ਵਿੱਚ ਇੰਨੇ ਵੀ ਨਿਰਲੇਪ ਨਾ ਹੋ ਜਾਈਏ ਕਿ ਇਹਨਾਂ ਵਾਸਤੇ ਪਾਪ ਕਰਨੇ ਸ਼ੁਰੂ ਕਰ ਦਈਏ, ਇਹਨਾਂ ਵਾਸਤੇ ਪਾਪ ਨਾ ਕਰੀਏ, ਇੰਨੇ ਵੀ ਇਹਨਾਂ ਵਿੱਚ ਖਚਤ ਨਾ ਹੋਈਏ। ਇਸ ਤਰ੍ਹਾਂ ਦੀ ਜਿਹੜੀ ਉਦਾਸੀ ਆਪਣੇ ਮਨ ਵਿੱਚ ਰੱਖਣੀ ਹੈ। ਅਰਧ ਉਰਧ ਹਰ ਪਾਸੇ ਪਰਮੇਸ਼ਰ ਦਾ ਵਾਸਾ ਸਮਝਣਾ ਆ। ਇਹ ਨਹੀਂ ਆਖਣਾ ਕਿ ਇੱਥੇ ਰੱਬ ਨਹੀਂ, ਉੱਥੇ ਰੱਬ ਆ। ਹਰ ਪਾਸੇ ਪਰਮੇਸ਼ਰ ਦਾ ਵਾਸਾ ਜਿਹੜਾ ਆ, ਇਹ ਸਮਝਣਾ ਸਤਿਗੁਰੂ ਜੀ ਆਖਦੇ ਹਨ ਜੀ। ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੇ ਨ ਕੰਧ। ਚੰਦ ਜਿਹੜਾ ਆ, ਚੰਦਰਮਾ, ਇਹ ਪ੍ਰਤੀਕ ਹੈ ਸ਼ਾਂਤੀ ਦਾ, ਤੇ ਸੂਰਜ ਜਿਹੜਾ ਆ ਇਹ ਗਿਆਨ ਦਾ ਪ੍ਰਤੀਕ ਹੈ। ਕਹਿੰਦੇ ਇਕੱਲੀ ਸ਼ਾਂਤੀ ਦਾ ਜਾਪ ਨਹੀਂ ਕਰਨਾ, ਉੱਥੇ ਤੁਹਾਡੇ ਕੋਲ ਗਿਆਨ ਵੀ ਹੋਣਾ ਚਾਹੀਦਾ। ਭਾਵ ਜਿਵੇਂ ਠੰਡ ਤੇ ਧੁੱਪ ਜ਼ਰੂਰੀ ਹੈ ਨਾ ਫਸਲ ਵਾਸਤੇ, ਕੋਈ ਵੀ ਫਲ ਪੱਕਣਾ ਫਸਲ ਵਾਸਤੇ, ਇਸੇ ਤਰ੍ਹਾਂ ਹੀ
ਕਹਿੰਦੇ ਤੁਹਾਡੇ ਅੰਦਰ ਸ਼ਾਂਤੀ ਵੀ ਹੋਣੀ ਚਾਹੀਦੀ ਹੈ, ਪਰ ਸ਼ਾਂਤੀ ਦੇ ਨਾਲ ਸੂਰਜ ਗਿਆਨ ਦਾ ਪ੍ਰਤੀਕ ਹੈ ਕਿ ਤੁਹਾਡੇ ਅੰਦਰ ਗਿਆਨ ਵੀ ਹੋਣਾ ਚਾਹੀਦਾ, ਤੁਹਾਨੂੰ ਸਮਝ ਆਉਣੀ ਚਾਹੀਦੀ ਹੈ। ਤੁਹਾਡੇ ਅੰਦਰ ਇੰਨੀ ਕੁ ਸਮਝ ਹੋਵੇ ਕਿ ਤੁਹਾਨੂੰ ਪਤਾ ਲੱਗ ਸਕੇ ਮੇਰੇ ਵਾਸਤੇ ਚੰਗਾ ਕੀ ਮਾੜਾ ਕੀ ਹੈ। ਜਿਹੜੀ ਆਪਾਂ ਵਿਵੇਕ ਬੁੱਧ ਦੀ ਗੱਲ ਕਰਦੇ ਹਾਂ ਨਾ, ਦੀਜੈ ਬੁੱਧ ਵਿਵੇਕਾ, ਉਹਦਾ ਅਰਥ ਕੀ ਹੈ? ਇਹੀ ਹੈ ਕਿ ਰੱਬ ਜੀ ਸਾਨੂੰ ਉਹ ਵਿਚਾਰ ਦੇ ਜਿਹਦੇ ਨਾਲ ਸਾਨੂੰ ਪਤਾ ਲੱਗ ਜਾਵੇ ਚੰਗਾ ਤੇ ਮਾੜਾ ਕੀ ਹੈ। ਇਸ ਬੁੱਧ ਦੀ ਜਾਚਨਾ ਕਰਨੀ ਹੈ। ਸਤਿਗੁਰੂ ਜੀ ਆਖਣ ਲੱਗੇ, ਭਾਈ ਅਸਲ ਵਿੱਚ ਉਦਾਸੀ ਹੋਇਆ ਜਿਹਦੇ ਕੋਲ ਸ਼ਾਂਤੀ ਵੀ ਹੈ ਪਰ ਨਾਲ ਗਿਆਨ ਵੀ ਹੈ। ਗਿਆਨ ਤੋਂ ਬਿਨਾਂ ਕੱਲੀ ਚੁੱਪ ਜਿਹੜੀ ਹੈ ਉਹ ਕੋਈ ਅਰਥ ਨਹੀਂ ਰੱਖਦੀ, ਪਰ ਜ਼ਰੂਰ ਕੋਲ ਗਿਆਨ ਹੋਣਾ ਚਾਹੀਦਾ ਹੈ। ਭਾਵ ਇਹ ਸਮਝਣਾ ਹੋਵੇ ਇਹਨੂੰ ਹੋਰ ਰੂਪ ਵਿੱਚ ਵੀ ਇੱਕ ਸਮਾਂ ਆਪਾਂ ਸ਼ਾਂਤੀ ਨਾਲ ਭਗਤੀ ਤੇ ਬੈਠੇ ਹੋਏ ਆ, ਕੋਈ ਜਰਵਾਣਾ ਹਾਕਮ ਬਾਬਰ ਵਰਗਾ ਆਵੇ, ਕੋਈ ਹੋਰ ਜਾਬਰ ਆਵੇ, ਜੇ ਉਦੋਂ ਵੀ ਆਪਾਂ ਸ਼ਾਂਤੀ ਵਿੱਚ ਰਹੀਏ ਉਹ ਸਾਡੀ ਸ਼ਾਂਤੀ ਨਹੀਂ ਹੈ, ਉਹ ਅਸੀਂ ਪ੍ਰਵਾਨ ਨਹੀਂ ਹੈ। ਜਦੋਂ ਲੋੜ ਹੋਵੇ ਤਲਵਾਰ ਸ੍ਰੀ ਸਾਹਿਬ ਨੂੰ ਉਠਾਉਣ ਦੀ, ਉਦੋਂ ਉਠਾ ਲੈਣੀ ਚਾਹੀਦੀ, ਉਦੋਂ ਸ਼ਸਤਰ ਦੇ ਹੱਥ ਪਾ ਲੈਣਾ ਚਾਹੀਦਾ। ਜਿਵੇਂ ਬਾਬਰ ਵਰਗਾ ਕੋਈ ਜ਼ੁਲਮ ਕਰਨਾ ਸ਼ੁਰੂ ਕਰ ਦੇਵੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਿਆ ਦਾਨ ਵੇਲਾ ਲਓ, ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਭਾਈ ਉਦੋਂ ਆਪਣੇ ਦੇਸ਼ ਦੀ ਰੱਖਿਆ, ਕੌਮ ਦੀ ਰੱਖਿਆ ਕਰਨੀ ਸਾਡਾ ਫਰਜ਼ ਬਣ ਜਾਂਦਾ ਹੈ। ਕੋਈ ਭਾਵ ਕਿ ਇਹ ਸਤਿਗੁਰੂ ਜੀ ਆਖਦੇ ਗੁਰੂ ਦਾ ਸਿੱਖ ਇਕੱਲਾ ਭਗਤ ਨਹੀਂ ਹੈ, ਇਕੱਲਾ ਸੰਤ ਨਹੀਂ ਹੈ, ਉਹ ਸਿਪਾਹੀ ਵੀ ਹੈ। ਲੋੜ ਪੈਣ ਤੇ ਹੁਣ ਦੇਖੋ ਜਦੋਂ ਇੱਥੇ ਹਾਕਮਾਂ ਨੇ ਹਮਲੇ ਕੀਤੇ ਨੇ, ਉਹ ਰੰਗਜੇਬ ਨੇ ਆਪਣਾ ਜ਼ੁਲਮ ਜਿਹੜਾ ਸੀ ਉਹ ਵਧਾ ਦਿੱਤਾ। ਉਹਦਾ ਟਾਕਰਾ ਕਿਹਨੇ ਕੀਤਾ? ਪਹਾੜੀ ਰਾਜਿਆਂ ਨੇ ਕੀਤਾ? ਨਹੀਂ, ਉਹਦੇ ਗੁਲਾਮ ਬਣ ਬੈਠੇ। ਵਜ਼ੀਰ ਖਾਂ ਜ਼ੁਲਮ ਕਰਦਾ ਹੈ ਤੇ ਉਹਦੇ ਕੋਲ ਸੁੱਚਾ ਨੰਦ ਵਰਗੇ ਗੁਲਾਮ ਬਣ ਕੇ ਉਹਦੇ ਨੌਕਰੀ ਕਰਦੇ ਨੇ। ਪਰ ਗੁਰੂ ਕਾ ਖਾਲਸਾ ਉਸ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਵੀ ਉਹਨੇ ਟੱਕਰ ਦਿੱਤੀ, ਔਰ ਕਲਗੀਧਰ ਪਿਤਾ ਮਹਾਰਾਜ ਜੀ ਨੇ ਖਾਲਸੇ ਨੂੰ ਇੰਨਾ ਤਿਆਰ ਕਰ ਦਿੱਤਾ ਕਿ ਜੇ ਤੂੰ ਜ਼ੁਲਮ ਭਾਵੇਂ ਹਿੰਦੂ ਧਰਮ ਤੇ ਕਰੇ ਤਾਂ ਵੀ ਪ੍ਰਵਾਨ ਨਹੀਂ, ਜੇ ਸਾਡੇ ਤੇ ਕਰੇ ਤਾਂ ਵੀ ਪ੍ਰਵਾਨ ਨਹੀਂ। ਜ਼ੁਲਮ ਤੇ ਕਿਸੇ ਤੇ ਹੋਣ ਹੀ ਨਹੀਂ ਦੇਣਾ, ਇਹ ਨਿਯਮ ਬਣਾ ਦਿੱਤਾ ਸਤਿਗੁਰਾਂ ਨੇ। ਪਹਾੜੀ ਰਾਜੇ ਜਿਹੜੇ ਸੀ ਕਿ ਔਰੰਗਜ਼ੇਬ ਦਾ ਟਾਕਰਾ ਕਰ ਸਕਦੇ ਸੀ? ਨਹੀਂ, ਕਿਉਂਕਿ ਇਹਨਾਂ ਦੇ ਅੰਦਰ ਗੁਲਾਮ ਸੋਚ ਸੀ। ਕਵੀ ਜੀ ਇੱਥੇ ਲਿਖਦੇ, ਚੰਦ ਸੂਰਜ ਕੀ ਪਾਏ ਗੰਢ, ਸੂਰਜ ਵਰਗਾ ਗਿਆਨ ਵੀ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਇਕੱਲਾ ਠੰਡੇ ਹੀ ਰਹਿਣਾ, ਕਿਤੇ ਲੋੜ ਪਈ ਆ ਤੇ ਤਪੇ ਵੀ ਹੋਣਾ ਪੈਣਾ, ਭਾਵ ਕਿ ਵੀਰ ਰਸ ਵੀ ਧਾਰਨ ਕਰਨਾ ਪੈਣਾ ਜੇ ਲੋੜ ਪੈਣ ਤੇ। ਸੋ ਆਪਣੇ ਵਿਚਾਰ ਜਿਹੜੀ ਆਪਣਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਸਾਡੇ ਸਾਹਮਣੇ ਕਿਸੇ ਦੀ ਧੀ ਭੈਣ ਤੇ ਜ਼ੁਲਮ ਹੋਵੇ ਤੇ ਆਪਾਂ ਅੱਖਾਂ ਮੀਟ ਕੇ ਨਹੀਂ ਬੈਠ ਜਾਣਾ ਕਿ ਅਸੀਂ ਤੇ ਭਗਤੀ ਕਰ ਰਹੇ ਹਾਂ। ਉਹ ਤੁਹਾਡੀ ਭਗਤੀ ਨੂੰ ਕੋਈ ਲਾਭ ਨਹੀਂ, ਤੁਹਾਡੀ ਭਗਤੀ ਤੇ ਨਾ ਰੱਬ ਖੁਸ਼ ਹੋਵੇਗਾ ਨਾ ਸਮਾਜ ਖੁਸ਼ ਹੋਵੇਗਾ ਜੇ ਤੁਸੀਂ ਅੱਖਾਂ ਮੀਟ ਲਈਆਂ। ਬਾਬਾ ਦੀਪ ਸਿੰਘ ਦਾ ਜੀਵਨ ਪੜ੍ਹੋ, ਭਗਤੀ ਕਰਦੇ ਸਨ ਨਾ, ਉਹਨਾਂ ਵਰਗਾ ਭਗਤ ਕਿਹੜਾ ਹੋਣਾ ਆ। ਤੇ ਜਦੋਂ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਂਦਾ, 2200 ਦੇ ਕਰੀਬ ਬਾਬਾ ਦੀਪ ਸਿੰਘ ਨੇ ਧੀਆਂ ਭੈਣਾਂ ਨੂੰ ਛੁਡਾ ਕੇ ਉਹਨਾਂ ਦੇ ਘਰੀਂ ਪਹੁੰਚਾਇਆ ਆ। ਉਹ ਕੱਲੀ ਭਗਤੀ ਨਹੀਂ ਕਰਦੇ ਸੀ, ਉਹਨਾਂ ਕੱਲੀਆਂ ਬੀੜਾਂ ਨਹੀਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਉਹਨਾਂ ਨੇ ਖੰਡਾ ਵੀ ਵਾਹਿਆ ਆ। ਲੋੜ ਪੈਣ ਤੇ ਕਿਸੇ ਦੀ ਧੀ ਭੈਣ ਤੇ ਜ਼ੁਲਮ ਹੋਵੇ ਜਾਂ ਸਾਡੇ ਕੋਈ ਦੇਸ਼ ਨੂੰ ਕੋਈ ਖਤਰਾ ਹੋਵੇ, ਉੱਥੇ ਇਹਦੀ ਲੋੜ ਪਵੇ ਤੇ ਇਹ ਵਰਤਣਾ ਕੋਈ ਮਾੜੀ ਗੱਲ ਨਹੀਂ। ਚੰਦ ਸੂਰਜ ਕੀ ਪਾਏ ਗੰਢ, ਭਾਈ ਅੰਦਰ ਇਹੋ ਜਿਹੇ ਵਿਚਾਰ ਹੋਣੇ ਚਾਹੀਦੇ ਨੇ, ਸ਼ਾਂਤੀ ਵਿੱਚ ਰਹਿਣਾ ਚਾਹੀਦਾ। ਇਹ ਨਹੀਂ ਕਿ ਐਵੇਂ ਅੱਗ ਬਬੂਲੇ ਹੋਏ ਰਹਿਣਾ, ਇਹ ਵੀ ਗੁਰਮਤ ਨਹੀਂ ਹੈ ਕਿ ਮਾੜਾ ਜਿਹਾ ਕੋਈ ਆ ਕੇ ਸਾਡੇ ਨਾਲ ਕੋਈ ਗਲਤ ਗੱਲ ਕਰੇ ਅਸੀਂ ਅੱਗ ਬਬੂਲੇ ਨਹੀਂ ਹੋ ਜਾਣਾ। ਪਹਿਲੋਂ ਉਹਦਾ ਜਵਾਬ, ਉਹਨੂੰ ਗੱਲਬਾਤ ਨਾ ਦੇਣਾ ਆ, ਉਹਨੂੰ ਸਮਝਾਉਣ ਦਾ ਯਤਨ ਕਰਨਾ ਆ, ਇਹ ਸਾਡਾ ਨਿਯਮ ਹੋਣਾ ਚਾਹੀਦਾ ਹੈ। ਪਰ ਜੇ ਚਾਰੇ ਪਾਸੇ ਇੱਥੋਂ ਤੱਕ ਕਿਸੇ ਦੇ ਕੋਈ ਜ਼ੁਲਮ ਕਰਨੋਂ ਹਟੇ ਹੀ ਨਾ, ਉੱਥੇ ਫਿਰ ਢਾਲ ਵੀ ਬਣਨਾ ਆ। ਸੂਰਜ ਕੀ ਪਾਏ ਗੰਢ, ਭਾਈ ਤੁਹਾਡੇ ਅੰਦਰ ਇਹ ਗੁਣ ਹੋਣੇ ਚਾਹੀਦੇ ਨੇ। ਪਰ ਹੋਇਆ ਕੀ ਸੀ? ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਕੀ ਗੱਲ ਹੋਈ? ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਉਹਨਾਂ ਨੇ ਆਪਣਾ ਲੜਨ ਦਾ ਧਰਮ ਹੀ ਛੱਡ ਦਿੱਤਾ ਸੀ। ਉਹ ਤੇ ਕਹਿਣ ਲੱਗੇ ਸੀ ਅਸੀਂ ਮੰਤਰ ਪੜਾਂਗੇ, ਫੌਜਾਂ ਅੰਨੀਆਂ ਹੋ ਜਾਣਗੀਆਂ। ਉਹਨਾਂ ਨੇ ਸ਼ਸਤਰ ਚਲਾਉਣੇ ਛੱਡ ਦਿੱਤੇ। ਫਿਰ ਹੋਇਆ ਕਿ ਗੁਲਾਮ ਬਣਿਆ ਸਾਡਾ ਦੇਸ਼। ਸੋ ਕਵੀ ਜੀ ਸਤਿਗੁਰੂ ਜੀ ਇੱਥੇ ਆਖਦੇ, ਚੰਦ ਸੂਰਜ ਕੀ ਪਾਏ ਗੰਢ, ਭਾਈ ਅੰਦਰ ਤਪਸ ਵੀ ਹੋਣੀ ਚਾਹੀਦੀ ਹੈ। ਜੇ ਕਿਤੇ ਲੋੜ ਪਵੇ ਤੇ ਸੋ ਉਦਾਸੀ ਕਾ ਪੜੇ ਨਾ ਕੰਧ, ਉਹਦਾ ਜਿਹੜਾ ਸਰੀਰ ਹੈ ਕਦੇ ਬਿਨਸਦਾ ਨਹੀਂ। ਹੁਣ ਜੇ ਕਿਤੇ ਬਿਨਸ ਵੀ ਜਾਵੇ, ਜਿਹੜਾ ਇਹੋ ਜਿਹਾ ਉਦਾਸੀ ਹੈ
ਉਹਦੇ ਬਾਰੇ ਭਗਤ ਕਬੀਰ ਜੀ ਆਖਦੇ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਭਾਈ ਉਹਦਾ ਸਰੀਰ ਟੁਕੜੇ ਟੁਕੜੇ ਵੀ ਹੋ ਜਾਵੇ, ਉਹ ਵਿਅਰਥ ਨਹੀਂ ਜਾਂਦਾ। ਉਹਦੇ ਬਾਰੇ ਬਚਨ ਨੇ ਕਹੈ, ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਉਹਨਾਂ ਦੇ ਸਰੀਰ ਪ੍ਰਵਾਨ ਹੁੰਦੇ ਨੇ। ਸਤਿਗੁਰ ਜੀ ਇੱਥੇ ਸਾਨੂੰ ਇਹ ਸਿੱਖਿਆ ਦੇ ਰਹੇ ਨੇ। ਬਾਣੀ ਜਿੱਥੇ ਸਾਨੂੰ ਆਖਦੀ ਭਗਤ ਬਣਾਉਂਦੀ ਹੈ, ਉੱਥੇ ਸਿਪਾਹੀ ਵੀ ਬਣਾਉਂਦੀ ਹੈ ਕਿ ਇਕੱਲਾ ਭਗਤ ਇਹ ਨਾ ਹੋਵੇ ਤੂੰ ਭਗਤੀ ਵਿੱਚ ਲੱਗਾ ਹੋਵੇਂ, ਕੋਈ ਆਵੇ ਤੇਰੀ ਧੌਣ ਲਾ ਕੇ ਗਾਂਹ ਜਾਵੇ, ਐਸਾ ਭਗਤ ਵੀ ਨਹੀਂ ਚਾਹੀਦਾ। ਸੋ ਕਵੀ ਜੀ ਲਿਖਦੇ, ਚੰਦ ਸੂਰਜ ਕੀ ਪਾਏ ਗੰਢ ਤੇ ਸੁਦਾਸੀ ਕਾ ਪੜੇ ਨਾ ਕੰਧ। ਇਹ ਸਤਿਗੁਰੂ ਜੀ ਗੋਪੀ ਚੰਦ ਜਿਹੜਾ ਸਿੱਧ ਹੈ, ਉਹਨੂੰ ਆਖਦੇ ਜੇ ਤੂੰ ਸਤ ਸਰੂਪ ਨੂੰ ਧਿਆਵੇਂ ਨਾ, ਫਿਰ ਤੂੰ ਵੀ ਉਹਦੇ ਨਾਲ ਜੁੜ ਸਕਦਾ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮੈਂ ਰੇਖ ਨ ਰੂਪ। ਆਸਾ ਜੀ ਕਹਿੰਦੇ, ਗੋਪੀ ਚੰਦ ਜੇ ਤੂੰ ਵੀ ਰੱਬ ਨੂੰ ਧਿਆਵੇਂ, ਸਤ ਸਰੂਪ ਨੂੰ ਧਿਆਵੇਂ, ਤੇ ਭਾਈ ਉਹ ਤੂੰ ਉਸ ਰੱਬ ਨਾਲ ਜੁੜ ਸਕਦਾ ਜਿਹਦਾ ਕੋਈ ਰੂਪ ਨਹੀਂ, ਜਿਹਦਾ ਕੋਈ ਰੇਖ ਨਹੀਂ। ਭਾਵ ਸਤਿਗੁਰੂ ਜੀ ਸਾਨੂੰ ਇੱਕ ਸਾਂਝੀ ਵਾਲਤਾ ਵਿੱਚ ਲਿਆਉਂਦੇ ਨੇ। ਹਰ ਇੱਕ ਨੂੰ ਇਹੀ ਆਖਦੇ ਨੇ ਕਿ ਭਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਦੋਂ ਆਪਾਂ ਇਸ ਸਿਧਾਂਤ ਵਿੱਚ ਆ ਜਾਵਾਂਗੇ, ਇੱਕ ਦਾਤੇ ਦੇ ਬਣ ਜਾਵਾਂਗੇ, ਸਾਨੂੰ ਸਮਝ ਲੱਗ ਜਾਵੇਗੀ ਸਾਰੇ ਜੀਵਾਂ ਦਾ ਇੱਕ ਦਾਤਾ ਆ, ਫਿਰ ਇਹ ਗੱਲ ਸਾਡੇ ਮਨ ਵਿੱਚ ਆ ਜਾਵੇਗੀ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ ਦਾ ਸਿਧਾਂਤ ਲਾਗੂ ਹੋਵੇਗਾ। ਫਿਰ ਸਾਨੂੰ ਕੋਈ ਵੰਡ ਨਹੀਂ ਸਕੇਗਾ। ਫਿਰ ਇਹ ਨਾਂ ਦੀ ਵੰਡੀ ਰਹਿ ਜਾਵੇਗੀ, ਭਾਵੇਂ ਕੋਈ ਸਟੇਟਾਂ ਦੀ, ਭਾਵੇਂ ਕੋਈ ਦੇਸ਼ਾਂ ਦੀ ਹੋਵੇ। ਬੜੇ ਬੜੇ ਵਿਦਵਾਨਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਨਾ, ਉਹਨਾਂ ਇਹ ਗੱਲ ਕਹੀ ਹੈ, ਜਿਸ ਦਿਨ ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਚਾਈਆਂ ਦੀ ਸਮਝ ਆ ਗਈ, ਆਪਾਂ ਦੇ ਸਟੇਟਾਂ ਦੀਆਂ ਹੱਦਬੰਦੀਆਂ ਨੂੰ ਲੈ ਕੇ ਬੈਠੇ ਆ ਨਾ, ਉਹ ਕਹਿੰਦਾ ਦੇਸ਼ਾਂ ਦੀਆਂ ਹੱਦਬੰਦੀਆਂ ਮਿਟ ਜਾਣਗੀਆਂ ਜਿਸ ਦਿਨ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਚਾਈਆਂ ਦੀ ਸਮਝ ਲੱਗ ਗਈ। ਆ ਜਿੰਨੀਆਂ ਵੰਡੀਆਂ ਆਪਾਂ ਪਾਈਆਂ ਹੋਈਆਂ ਨੇ ਨਾ, ਇਹ ਉਹਨਾਂ ਚਿਰ ਜਿੰਨਾ ਚਿਰ ਸਾਨੂੰ ਸਮਝ ਨਹੀਂ ਆਉਂਦੀ। ਹੌਲੀ ਹੌਲੀ ਮਨੁੱਖਤਾ ਦੇ ਅੰਦਰ ਇਹ ਭਰਮ ਦੂਰ ਹੋ ਰਿਹਾ। ਅੱਜ ਤੁਸੀਂ ਦੇਖੋ ਵਿਦੇਸ਼ਾਂ ਦੇ ਲੋਕ ਸਮਝ ਰਹੇ ਨੇ ਤੁਹਾਡੀ ਇਸ ਬਾਣੀ ਦੇ ਸਿਧਾਂਤ ਨੂੰ। ਉਹ ਕਦੇ ਨਹੀਂ ਕਹਿਣਗੇ, ਉਹ ਆਪਣੇ ਝੰਡੇ ਦੇ ਨਾਲ ਤੁਹਾਡਾ ਝੰਡਾ ਲਾ ਕੇ ਆਪਣਾ ਮਾਣ ਸਮਝਦੇ ਨੇ ਕਿ ਇਹ ਜਿਹੜੇ ਲੋਕ ਨੇ ਦੁਨੀਆ ਦੀ ਭਲੇ ਕਰਨ ਵਾਸਤੇ ਆਏ ਨੇ, ਉਹਨਾਂ ਨੂੰ ਮਾਣ ਹੁੰਦਾ ਆ। ਭਾਈ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕਿੰਨਾ ਸਤਿਕਾਰ ਕਰਦੇ ਨੇ। ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਖੋਜ ਵਾਲੀਆਂ ਸੰਸਥਾਵਾਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਉੱਚਾ ਮਾਣ ਦੇਣਾ, ਇਸ ਗੱਲ ਦੀ ਸਮਝ ਆ ਰਹੀ ਹੌਲੀ ਹੌਲੀ। ਪਰ ਜਿੱਦਣ ਸਾਰਿਆਂ ਨੂੰ ਸਮਝ ਆ ਗਈ, ਫਿਰ ਆਪਾਂ ਦੀਆਂ ਜਿੰਨੀਆਂ ਦੇਸ਼ਾਂ ਦੀਆਂ ਹੱਦਬੰਦੀਆਂ ਨੇ, ਇਹ ਗੁਰਬਾਣੀ ਖਤਮ ਕਰਦੀ ਹੈ। ਗੁਰਬਾਣੀ ਸਾਨੂੰ ਇਹਨਾਂ ਤੋਂ ਉੱਚਾ ਚੁੱਕਦੀ ਹੈ। ਕਵੀ ਜੀ ਨੇ ਜੋ ਸਾਨੂੰ ਸਮਝਾਇਆ, ਕਲਗੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਆਖਦੇ ਹਨ ਜੀ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਸੋ ਪਾਖੰਡੀ ਇਹ ਵੀ ਇੱਕ ਫਿਰਕਾ ਆ। ਜਿਵੇਂ ਉਦਾਸੀ ਨੇ, ਜਿਵੇਂ ਬੈਰਾਗੀ ਨੇ, ਜਾਂ ਕੋਈ ਹੋਰ ਇਹੋ ਜਿਹਾ ਫਿਰਕਾ, ਇਸੇ ਤਰ੍ਹਾਂ ਪਖੰਡੀਆਂ ਦਾ ਵੀ ਇੱਕ ਫਿਰਕਾ ਆ। ਇੱਥੇ ਪਖੰਡੀ ਅਰਥ ਜਿਹੜਾ ਆ, ਉਹ ਵਾਲਾ ਪਖੰਡੀ ਨਹੀਂ ਕਿ ਜਿਹੜਾ ਕੋਈ ਕਰਮਕਾਂਡ ਕਰਦਾ ਹੈ, ਉਹ ਨਹੀਂ। ਇੱਕ ਫਿਰਕੇ ਦਾ ਨਾਮ ਹੈ। ਕਹਿੰਦੇ ਸੋ ਪਾਖੰਡੀ ਜੇ ਕਾਇਆ ਪਖਾਲੇ। ਪਾਖੰਡੀ ਉਹ ਆ ਭਾਈ ਜਿਹੜਾ ਆਪਣੀ ਕਾਇਆ ਦੇ ਅੰਦਰੋਂ ਖੋਜ ਕਰਦਾ ਹੈ। ਤਿਸ ਕਹਿੰਦੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਆਪਣੇ ਅੰਦਰ ਨੂੰ ਇੰਨਾ ਜਗਾ ਲਵੇ। ਆਪਣੇ ਅੰਦਰ ਦੀ ਜੋਤ, ਜਦੋਂ ਰੱਬ ਦੀ ਜੋਤ ਆਪਣੇ ਅੰਦਰ ਜਗਾਵੇਗਾ ਨਾ, ਫਿਰ ਆਪ ਨੂੰ ਵੀ ਚਾਨਣ ਹੋਵੇਗਾ, ਦੂਸਰਿਆਂ ਨੂੰ ਵੀ ਚਾਨਣ ਮਿਲੇਗਾ। ਤੁਹਾਡੇ ਜੀਵਨ ਤੋਂ ਆਪਾਂ ਸ਼ਹੀਦਾਂ ਦਾ ਜੀਵਨ ਕਿਉਂ ਪੜ੍ਹਦੇ ਹਾਂ? ਆਪਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਿਉਂ ਪੜ੍ਹਦੇ ਹਾਂ? ਕਿਉਂਕਿ ਉਹਨਾਂ ਦੇ ਜੀਵਨ ਤੋਂ ਸਾਨੂੰ ਇੱਕ ਪ੍ਰੇਰਨਾ ਮਿਲਦੀ ਹੈ, ਇੱਕ ਜੀਵਨ ਮਿਲਦਾ ਆ ਸਾਨੂੰ ਬੁੱਝ ਦਿਲੀ ਤੋਂ ਸਾਡੇ ਅੰਦਰ ਨਿਰਭਉ ਵਾਲੀ ਅਵਸਥਾ ਹੁੰਦੀ ਹੈ। ਸਾਡੇ ਅੰਦਰੋਂ ਕਾਇਰਤਾ ਖਤਮ ਹੁੰਦੀ ਹੈ, ਸਾਡੇ ਅੰਦਰ ਬਹਾਦਰੀ ਆਉਂਦੀ ਹੈ। ਅੱਜ ਵੀ ਜਦੋਂ ਬੱਚਾ ਕਿਸੇ ਹੱਕ ਵਾਸਤੇ ਉੱਠ ਕੇ ਖੜਾ ਹੁੰਦਾ ਆ, ਉਹ ਕਿੱਥੋਂ ਸਿੱਖਿਆ ਮਿਲਦੀ ਹੈ? ਭਾਈ ਉਹ ਨਿੱਕੀਆਂ ਜਿੰਦਾਂ ਇੱਕ ਦਿਨ ਵੀ ਉਹ ਚੱਲ ਰਹੇ ਨੇ, ਤੇ ਉਹਨਾਂ ਦੇ ਅੰਦਰ ਜਜ਼ਬਾ ਕਿਉਂ ਨਹੀਂ ਪੈਦਾ ਹੋਵੇਗਾ? ਭਾਈ ਇਹ ਦਿਨ ਉਹਨਾਂ ਦੇ ਅੰਦਰ ਹੋਰ ਜੋਸ਼ ਭਰਦੇ ਨੇ।
ਸੋ ਕਵੀ ਜੀ ਲਿਖਦੇ, ਸਤਿਗੁਰੂ ਜੀ ਆਖਦੇ, ਸੋ ਪਾਖੰਡੀ ਜੇ ਕਾਇਆ ਪਖਾਲੇ। ਭਾਈ ਆਪਣੇ ਅੰਦਰ ਦੀ ਖੋਜ ਕਰੇ, ਕਹਿੰਦੇ ਆਪਣੇ ਅੰਦਰ ਰੱਬ ਦੀ ਜੋਤ ਨੂੰ ਜਗਾਵੇ। ਹੁਣ ਜੋਤ ਜਗੇਗੀ ਕਿਵੇਂ? ਜੋਤ ਜਗੇਗੀ ਜਦੋਂ ਅਸੀਂ ਸਤਿਗੁਰਾਂ ਦੇ ਦਰਬਾਰ ਵਿੱਚ ਆਵਾਂਗੇ, ਗੁਰੂ ਦੀ ਸੰਗਤ ਵਿੱਚ ਆਵਾਂਗੇ। ਇੱਥੇ ਜਦੋਂ ਸੇਵਾ ਕਰਾਂਗੇ, ਇੱਥੇ ਜਦੋਂ ਸੰਗਤ ਵਿੱਚ ਬੈਠਾਂਗੇ, ਸਾਡੀ ਜੋਤ ਜਗ ਜਾਵੇਗੀ। ਆ ਜਗੀ ਹੈ ਨਾ ਕਈਆਂ ਦੇ ਅੰਦਰ। ਹੁਣ ਵਿਤਕਰੇ ਖਤਮ ਹੋਏ ਨੇ, ਭਾਵੇਂ ਕਈ ਤਰ੍ਹਾਂ ਦੇ ਉਹਨਾਂ ਦੇ ਵਿੱਚ ਵਖਰੇਵੇਂ ਪਾਉਣ ਦਾ ਯਤਨ ਹੋਇਆ, ਪਰ ਸਾਰੇ ਮਿਟਦੇ ਜਾਂਦੇ ਨੇ। ਜਦੋਂ ਅੰਦਰ ਸਮਝ ਲੱਗ ਜਾਵੇਗੀ, ਕਾਇਆ ਕੀ ਅਗਨ ਬ੍ਰਹਮ ਪ੍ਰਜਾਲੇ, ਜਦੋਂ ਸਾਨੂੰ ਅੰਦਰ ਦੀ ਜੋਤ ਦਾ ਗਿਆਨ ਹੋ ਜਾਵੇਗਾ, ਸਮਝ ਆਉਣੀ ਸ਼ੁਰੂ ਹੋ ਜਾਵੇਗੀ ਕਿ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ, ਫਿਰ ਆਪਾਂ ਇਸ ਸਿਧਾਂਤ ਨੂੰ ਸਮਝਾਂਗੇ। ਹਾਂਜੀ। ਸੁਪਨੇ ਬਿੰਦ ਨ ਦੇਈ ਚਰਣਾ, ਸੋ ਪਾਖੰਡੀ ਜਰਾ ਨ ਮਰਨਾ। ਤਿਸ ਪਾਖੰਡੀ ਜਰਾ ਨ ਮਰਨਾ, ਸੁਪਨੇ ਬਿੰਦ ਨ ਦੇਈ ਝਰਣਾ। ਇਹ ਬੜਾ ਵੱਡਾ ਜਤ ਸੱਤ ਦਾ ਜੀਵਨ ਹੈ। ਸਤਿਗੁਰੂ ਜੀ ਆਖਦੇ, ਜਿਹੜਾ ਸੁਪਨੇ ਵਿੱਚ ਵੀ ਪਰਾਏ ਤਨ ਦੇ ਖਿਆਲ ਨਹੀਂ ਲਿਆਉਂਦਾ ਮਨ ਵਿੱਚ, ਕਿੱਡਾ ਵੱਡਾ ਜੀਵਨ ਆ। ਜੋ ਕਲਗੀਧਰ ਪਿਤਾ ਜੀ ਨੇ ਜ਼ਿਕਰ ਕੀਤਾ ਕਿ ਮੇਰੇ ਪਿਤਾ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਸੁਪਨੇ ਵਿੱਚ ਵੀ ਕਿਸੇ ਦੀ ਸੇਜਾ ਵੱਲ ਨਹੀਂ ਜਾਣਾ, ਉਹਦਾ ਧਿਆਨ ਆਪਣੇ ਮਨ ਵਿੱਚ ਨਹੀਂ ਲਿਆਉਣਾ। ਨਿਜ ਨਾਲੀ ਕੇ ਸੰਗ ਨੇਹ ਤੁਮ ਨਿਤ ਵਡਈਓ, ਪਰ ਨਾਲੀ ਦੀ ਸੇਜ ਜਿਹੜੀ ਹੈ ਉਸ ਪਾਸੇ ਨਹੀਂ ਜਾਣਾ। ਕਹਿੰਦੇ ਸਤਿਗੁਰੂ ਜੀ ਨੇ ਇੱਥੇ ਆਖਿਆ, ਸੁਪਨੇ ਬਿੰਦ ਨਾ ਦੇਈ ਝਰਣਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਿਹੜਾ ਸੁਪਨੇ ਵਿੱਚ ਵੀ ਆਪਣੇ ਕਿਸੇ ਹੋਰ ਨਾਲ ਆਪਣੇ ਖਿਆਲ ਪੈਦਾ ਨਹੀਂ ਬਣਾਉਂਦਾ, ਉਹਨਾਂ ਵਾਸਤੇ ਆਖਦੇ, ਕਹਿੰਦੇ ਐਸਾ ਜਿਹੜਾ ਪਖੰਡੀ ਜਰਾ ਨਾ ਮਰਨਾ, ਉਹਨੂੰ ਕਦੇ ਜਰਾ ਰੋਗ ਨਹੀਂ ਆਵੇਗਾ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਸਤਿਗੁਰੂ ਜੀ ਆਖਦੇ, ਚਰਪਟ ਜੇ ਤੂੰ ਵੀ ਰੱਬ ਦਾ ਨਾਮ ਲਵੇਂ, ਪਰਮੇਸ਼ਰ ਨੂੰ ਧਿਆਵੇਂ, ਉਸ ਰੱਬ ਵਿੱਚ ਜੁੜ ਸਕਦਾ ਹੈ। ਸਤਿਗੁਰੂ ਜੀ ਆਖਦੇ ਹਨ ਜੀ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮਹਿ ਰੋਪੈ ਥੰਮ। ਭਾਈ ਬੈਰਾਗੀ ਕੌਣ ਆ? ਬੈਰਾਗੀ ਉਹ ਨਹੀਂ ਹੈ ਜਿਹੜਾ ਪਰਿਵਾਰ ਤਿਆਗਦਾ ਹੈ। ਬੈਰਾਗੀ ਉਹ ਨਹੀਂ ਜਿਹੜਾ ਸਮਾਜ ਤਿਆਗਦਾ ਹੈ। ਬੈਰਾਗੀ ਉਹ ਆ ਜਿਹੜਾ ਆਪਣੇ ਅੰਦਰ ਪ੍ਰਮਾਤਮਾ ਦੀ ਜੋਤ ਜਗਾਉਂਦਾ ਆ, ਤੇ ਜਿਹੜਾ ਪਰਮੇਸ਼ਰ ਦੀ ਬੰਦਗੀ ਨੂੰ ਆਪਣਾ ਥੰਮ ਬਣਾ ਲੈਂਦਾ, ਆਸਰਾ ਬਣਾ ਲੈਂਦਾ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਹੜਾ ਇਸ ਜੀਵਨ ਵਾਲਾ ਹੈ, ਉਹਦੀ ਗੱਲ ਸਤਿਗੁਰੂ ਜੀ ਕਰਦੇ ਹਨ ਜੀ। ਕਹਿਨੇ ਸੇ ਅੰਤਰ ਰਹਿ ਧਿਆਨ, ਤੇ ਬੈਰਾਗੀ ਸਤ ਸਮਾਨ। ਐਨਿਸਤ ਭਾਵੈ ਦਿਨ ਰਾਤ ਅੰਤਰ ਰਹਿ ਧਿਆਨ, ਜਿਹਦੇ ਅੰਦਰ ਇਹ ਭਾਵ ਕੰਮ ਕਰੇ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜਿਹਦਾ ਚਿਤ ਨਿਰੰਜਨ ਨਾਲ ਜੁੜਿਆ ਰਹਿੰਦਾ। ਐਨਸ ਅੰਤਰ ਰਹਿ ਧਿਆਨ, ਜਿਹੜਾ ਦਿਨ ਰਾਤ ਅੰਦਰ ਰੱਬ ਦਾ ਧਿਆਨ ਜੁੜਿਆ ਹੋਇਆ, ਭਾਵੇਂ ਉਹ ਘਰ ਵਿੱਚ ਬੈਠਾ ਹੈ, ਭਾਵੇਂ ਕਿਤੇ ਬਾਹਰ ਬੈਠਾ ਹੈ। ਲੋੜ ਪੈਣ ਤੇ ਭਾਵੇਂ ਉਹਨੂੰ ਕਿਤੇ ਬਾਹਰ ਵੀ ਬੈਠਣਾ ਪਿਆ, ਪਰ ਜੇ ਅੰਤਰ ਧਿਆਨ ਜੁੜਿਆ ਹੋਇਆ ਤੇ ਬੈਰਾਗੀ ਸਤ ਸਮਾਨ। ਐਸਾ ਬੈਰਾਗੀ ਜਿਹੜਾ, ਐਸਾ ਸਾਧੂ ਜਿਹੜਾ ਉਹ ਰੱਬ ਦੇ ਸਮਾਨ ਹੈ, ਉਹ ਉਹਦੀ ਜੋਤ ਹੈ। ਸਤਿਗੁਰੂ ਜੀ ਆਖਦੇ ਹਨ ਜੀ। ਬੋਲੇ ਪਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਇਸ ਤਰ੍ਹਾਂ ਪਾਤਸ਼ਾਹ ਜੀ ਭਰਥਰ ਜੋਗੀ ਨੂੰ ਵੀ ਆਖਦੇ, ਭਰਥਰ ਰਾਜ ਭਾਗ ਤਿਆਗਣਾ ਵੱਡੀ ਗੱਲ ਨਹੀਂ। ਵਾਸਨਾਵਾਂ ਦਾ ਤਿਆਗ ਕਰਨਾ ਜਾਂ ਮਾਇਆ ਵਿੱਚ ਰਹਿ ਕੇ ਆਪਣੇ ਰਾਜ ਭਾਗ ਦੀ ਸਹੀ ਵਰਤੋਂ ਕਰਨੀ ਜਿਹੜੀ ਹੈ, ਭਾਈ ਇਹੀ ਅਸਲ ਵਿੱਚ ਬੈਰਾਗ ਹੈ। ਭਰਤਰੀ ਨੇ ਰਾਜ ਭਾਗ ਤਿਆਗ ਦਿੱਤਾ ਸੀ ਨਾ। ਸਤਿਗੁਰੂ ਜੀ ਦੀ ਸਿੱਖਿਆ ਕਿ ਰਾਜ ਭਾਗ ਤਿਆਗਣ ਦੀ ਲੋੜ ਨਹੀਂ। ਜੇ ਮਾਲਕ ਨੇ ਦਿੱਤਾ ਉਹਨੂੰ ਮਾਣੋ, ਪਰ ਉਹਦਾ ਸਿਧਾਂਤ ਕੀ ਹੋਣਾ ਚਾਹੀਦਾ? ਵਾੜ ਵਾਲਾ ਹੋਣਾ ਚਾਹੀਦਾ। ਜਿਵੇਂ ਖੇਤ ਦੇ ਦੁਆਲੇ ਵਾੜ ਕੀਤੀ ਹੋਵੇ, ਉਹਦੀ ਰੱਖਿਆ ਕਰਦੀ ਹੈ ਨਾ, ਇਸ ਤਰ੍ਹਾਂ ਦਾ ਢੰਗ ਤੁਹਾਡੇ ਰਾਜ ਦਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਰਾਜ ਵਿੱਚ ਪ੍ਰਜਾ ਜਿਹੜੀ ਹੈ ਉਹ ਆਪਣੇ ਰੱਬ ਨੂੰ, ਆਪਣੇ ਇਸ਼ਟ ਨੂੰ ਨਿਚਿੰਤ ਹੋ ਕੇ, ਆਜ਼ਾਦ ਹੋ ਕੇ ਧਿਆ ਸਕੇ। ਸਤਿਗੁਰੂ ਜੀ ਆਖਣ ਲੱਗੇ, ਭਾਈ ਐ ਬੈਰਾਗੀ ਭਰਥਰ, ਜੇ ਤੂੰ ਵੀ ਰੱਬ ਨੂੰ ਧਿਆਵੇਂ ਤੇ ਤੂੰ ਵੀ ਉਹਦੇ ਵਿੱਚ ਸਮਾ ਸਕਦਾ ਹੈ। ਇਹ ਸਤਿਗੁਰੂ ਜੀ
ਆਖਦੇ ਹਨ ਜੀ। ਸੁਣ ਸਿੱਧਨ ਕੇ ਮਤਨ ਕੋ, ਸ੍ਰੀ ਗੁਰ ਸੂਰਜ ਗਿਆਨ। ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਧਾਂ ਨੂੰ ਬਾਰ-ਬਾਰ ਸਿੱਖਿਆ ਦੇ ਕੇ ਸੂਰਜ ਰੂਪ ਸਤਿਗੁਰਾਂ ਦਾ ਗਿਆਨ ਹੈ। ਸ੍ਰੀ ਗੁਰ ਸੂਰਜ ਗਿਆਨ। ਹੁਣ ਸੂਰਜ ਦੇ ਨਾਲ ਤੁਲਨਾ ਕਿਉਂ ਕੀਤੀ ਹੈ? ਕਿਉਂਕਿ ਸੂਰਜ ਦੇ ਕੁਝ ਗੁਣ ਨੇ ਜਿਹੜੇ ਸਾਨੂੰ ਦੀਵੇ ਵਿੱਚ ਨਹੀਂ ਮਿਲ ਸਕਦੇ, ਜਿਹੜੇ ਸਾਨੂੰ ਦੀਵੇ ਵਿੱਚ ਨਹੀਂ ਮਿਲ ਸਕਦੇ। ਬੇਸ਼ੱਕ ਦੀਵਾ ਵੀ ਰੋਸ਼ਨੀ ਦਿੰਦਾ ਹੈ। ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਕਹਿੰਦੇ ਜਿਵੇਂ ਸੂਰਜ ਹੈ ਨਾ, ਦੀਵਾ ਹੁਣ ਜਗਾਵਾਂਗੇ, ਦੀਵੇ ਨੂੰ ਤੇਲ ਮੁੱਕਣ ਦਾ ਡਰ ਆ, ਦੀਵੇ ਨੂੰ ਵੱਟੀ ਸੜਨ ਦਾ ਡਰ ਆ, ਦੀਵੇ ਨੂੰ ਟੁੱਟ ਜਾਣ ਦਾ ਡਰ ਆ, ਦੀਵੇ ਨੂੰ ਹਵਾ ਪੈ ਗਈ ਤੇ ਬੁਝਣ ਦਾ ਡਰ ਆ। ਭਾਵ ਇਸੇ ਤਰ੍ਹਾਂ ਜੇ ਆਪਾਂ ਕਿਸੇ ਸਰੀਰ ਨਾਲ ਜੁੜਦੇ ਹਾਂ, ਸਰੀਰ ਨੂੰ ਸਾਰੇ ਹੀ ਡਰ ਨੇ, ਸਰੀਰ ਨਾਲ ਜੁੜਾਂਗੇ ਤੇ ਵਿਛੜਦੇ ਰਵਾਂਗੇ। ਹੁਣ ਸੂਰਜ ਨੂੰ ਕਿਸੇ ਹਵਾ ਦਾ ਡਰ ਨਹੀਂ, ਸੂਰਜ ਨੂੰ ਵੱਟੀ ਸੜਨ ਦਾ ਡਰ ਨਹੀਂ, ਸੂਰਜ ਨੂੰ ਤੇਲ ਮੁੱਕਣ ਦਾ ਡਰ ਨਹੀਂ। ਜਿੰਨਾ ਚਿਰ ਰੱਬ ਜਗਾਏਗਾ ਉਹਨੇ ਜਗੀ ਜਾਣਾ। ਸੋ ਸਤਿਗੁਰ ਦਾ ਜਿਹੜਾ ਗਿਆਨ ਹੈ ਨਾ, ਫਿਰ ਸੂਰਜ ਦੀ ਇਹ ਗੱਲ ਹੈ, ਦੀਵਾ ਤੁਸੀਂ ਜਿੱਥੇ ਰੱਖੋਗੇ ਉੱਥੇ ਗਿਆਨ ਦੇਵੇਗਾ। ਸੂਰਜ ਜਿਹੜਾ ਸਾਰਿਆਂ ਨੂੰ ਗਿਆਨ ਦਿੰਦਾ ਹੈ, ਉਹਨੂੰ ਕੋਈ ਵਿਤਕਰਾ ਨਹੀਂ ਕਰਦਾ। ਵਿਤਕਰੇ ਦੇ ਆਪਾਂ ਪਾਏ ਨੇ ਨਾ, ਜਿਹੜੀਆਂ ਚੀਜ਼ਾਂ ਰੱਬ ਨੇ ਸਾਡੇ ਲਈ ਪੈਦਾ ਕੀਤੀਆਂ ਉਹਨੇ ਕੋਈ ਵਿਤਕਰਾ ਨਹੀਂ। ਧਰਤੀ ਰੱਬ ਨੇ ਦਿੱਤੀ ਆ, ਵੰਡਾਂ ਅਸੀਂ ਕੀਤੀਆਂ ਨੇ। ਸੂਰਜ ਰੱਬ ਨੇ ਦਿੱਤਾ ਆ, ਉਹਦਾ ਕੋਈ ਵਿਤਕਰਾ ਨਹੀਂ, ਹਰ ਇੱਕ ਨੂੰ ਧੁੱਪ ਬਰਾਬਰ ਦੀ ਦਿੰਦਾ ਆ। ਪਰ ਇਸੇ ਤਰ੍ਹਾਂ ਜਿਹੜਾ ਦੀਵਾ ਆ, ਦੀਵੇ ਦਾ ਗਿਆਨ, ਦੀਵੇ ਦੀ ਰੋਸ਼ਨੀ ਇੱਕ ਮਨੁੱਖ ਤੱਕ ਸੀਮਿਤ ਰਹਿ ਸਕਦੀ ਹੈ। ਜਿਹੜੇ ਕਮਰੇ 'ਚ ਰੱਖੋਗੇ ਉਹਨੂੰ ਚਾਨਣ ਦੇ ਸਕਦਾ ਨਾ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਗਿਆਨ ਹੈ, ਸੂਰਜ ਦੀ ਨਿਆਈ, ਇਹ ਸਾਰਿਆਂ ਵਾਸਤੇ ਸਾਂਝਾ ਆ, ਇਹ ਸਭ ਦਾ ਆ, ਇਹ ਸਾਰੇ ਦਾ ਆਨੰਦ ਮਾਣ ਸਕਦੇ ਨੇ। ਭੱਟ ਜੀ ਆਖਦੇ ਨੇ ਨਾ, ਭੰਨ ਮਥਰਾ ਮੂਰਤ ਸਦਾ ਥਿਰ, ਲਾਏ ਚਿੱਤ ਸਨਮੁਖ ਰਹੋ, ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰੇਸ਼ਟ ਲਗਬੇ ਤਰੋ। ਇਹ ਸਾਰੀ ਸ੍ਰਿਸ਼ਟ ਦਾ ਉਧਾਰ ਕਰਨ ਦੇ ਸਮਰੱਥ ਆ। ਸ੍ਰੀ ਗੁਰ ਸੂਰਜ ਗਿਆਨ, ਭਾਈ ਗੁਰੂ ਦਾ ਜਿਹੜਾ ਗਿਆਨ ਹੈ ਸੂਰਜ ਦੀ ਨਿਆਈ ਹੈ। ਇਹ ਕਵੀ ਜੀ ਲਿਖਦੇ ਹਨ ਜੀ। ਭਣੇ ਬਚਨ ਤੇ ਪ੍ਰਤ ਤਬੈ, ਨਿਜ ਮਤ ਕਰਨਾ ਖਾਨ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਦੇ ਰਾਹੀਂ ਬਾਰ-ਬਾਰ ਸਿੱਧਾਂ ਨੂੰ ਸਮਝਾਇਆ। ਉਸ ਗੋਸ਼ ਨੂੰ ਬਾਣੀ ਵਿੱਚ ਵੀ ਦਰਜ ਕਰਦੇ ਹਨ ਜੀ। ਕਿਉ ਮਰੈ ਮੰਦਾ ਕਿਉ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ। ਪਾਤਸ਼ਾਹ ਆਖਿਆ, ਭਾਈ ਜੋਗੀਓ ਸਿੱਧੋ, ਕੰਨਾਂ ਨੂੰ ਪਾੜ ਕੇ ਮੁੰਦਰਾਂ ਪਾਉਣ ਦੇ ਨਾਲ ਕੀ ਤੁਹਾਡੇ ਅੰਦਰੋਂ ਮਾੜੀ ਵਿਚਾਰ ਖਤਮ ਹੋ ਜਾਵੇਗੀ? ਕੀ ਤੁਹਾਨੂੰ ਜੀਵਨ ਦੀ ਸਹੀ ਜੁਗਤ ਮਿਲ ਜਾਵੇਗੀ? ਨਹੀਂ। ਕੰਨ ਪਾੜਨ ਦੇ ਨਾਲ, ਇਹਦੇ ਵਿੱਚ ਭਾਵ ਕਿ ਇਹਦੇ ਵਿੱਚ ਮੁੰਦਰਾ ਪਹਿਨਣ ਦੇ ਨਾਲ ਤੁਹਾਡੇ ਅੰਦਰੋਂ ਮਾੜੀ ਵਿਚਾਰ ਖਤਮ ਨਹੀਂ ਹੋਣੀ। ਸਰੀਰ ਤੇ ਸਵਾਹ ਮਲਣ ਦੇ ਨਾਲ ਅੰਦਰਲੀ ਜਿਹੜੀ ਮਾੜੀ ਵਿਚਾਰ ਬਾਹਰ ਨਹੀਂ ਆਉਣੀ, ਉਹ ਅੰਦਰੇ ਹੀ ਰਹਿਣੀ ਹੈ। ਇਸ ਕਰਕੇ ਭਾਈ ਸਰੀਰ ਤੇ ਸਵਾਹ ਮਲਣ ਦੀ ਲੋੜ ਨਹੀਂ, ਸਰੀਰ ਦੇ ਅੰਗਾਂ ਨੂੰ ਸੇਧਣ ਦੀ ਲੋੜ ਨਹੀਂ, ਆਪਣੇ ਕੇਸਾਂ ਨੂੰ ਜਟਾਵਾਂ ਬਣਾਉਣ ਦੀ ਲੋੜ ਨਹੀਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਦੀ ਲੋੜ ਹੈ। ਕਹਿੰਦੇ ਭੰਨੇ ਬਚਨ ਤੇ ਪ੍ਰਤ ਤਬੇ, ਨਿਜ ਮਤ ਕਰਨਾ ਖਾਨ। ਸਤਿਗੁਰਾਂ ਨੇ ਆਖਿਆ, ਕੰਨ ਪੜਾਏ ਕਿਆ ਖਾਜੈ ਭੁਗਤ। ਭਾਈ ਕੰਨਾਂ ਨੂੰ ਪੜਾ ਕੇ ਕਾਹਦਾ ਮਾਣ ਹੈ? ਕਹਿੰਦੇ ਕੋਈ ਮਾਣ ਨਹੀਂ। ਕਿਉਂ ਮਰੈ ਮੰਦਾ, ਅੰਦਰੋਂ ਮੰਦੀ ਵਿਚਾਰ ਕਿਵੇਂ ਮਰੇ? ਇੱਦਾਂ ਨਹੀਂ ਮਰ ਸਕਦੀ। ਭਾਵੇਂ ਮੈਂ ਧਾਰਮਿਕ ਚਿੰਨ੍ਹ ਜਿੰਨੇ ਮਰਜ਼ੀ ਧਾਰਨ ਕਰ ਲਵਾਂ, ਜੇ ਮੈਂ ਗੁਰਬਾਣੀ ਸੇਵਾ ਦੇ ਰਾਹੀਂ ਆਪਣੇ ਮਨ ਨੂੰ ਸਾਫ਼ ਨਹੀਂ ਕੀਤਾ, ਉਹਨਾਂ ਚਿੰਨ੍ਹਾਂ ਦਾ ਵੀ ਕੋਈ ਫਾਇਦਾ ਨਹੀਂ। ਕਿਉਂ ਜੀਵੈ ਜੁਗਤ, ਕਹਿੰਦੇ ਜੀਵਨ ਦੀ ਜੁਗਤ ਤੁਹਾਨੂੰ ਕੰਨ ਪੜਾਉਣ ਦੇ ਨਾਲ, ਕਰਮਕਾਂਡ ਕਰਨ ਨਾਲ ਨਹੀਂ ਆ ਸਕਦੀ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹਿ ਨਿਹਾਉ। ਭਾਈ ਸਦਾ ਰਹਿਣ ਵਾਲਾ ਜਿਹੜਾ ਹੈ ਉਹ ਇੱਕ ਰੱਬ ਦਾ ਨਾਂ ਹੀ ਹੈ, ਬਾਕੀ ਸਾਰਾ ਕੁਝ ਬਿਨਸਣ ਵਾਲਾ ਆ। ਜਿੰਨੇ ਮਰਜ਼ੀ ਕੋਈ ਆਕੇ ਮੈਂ ਇੰਨਾ ਚਿਰ, ਸਾਰਿਆਂ ਦਾ ਸਮਾਂ ਖਤਮ ਹੈ। ਔਰੰਗਜ਼ੇਬ ਵਰਗਾ ਵੱਡਾ ਰਾਜ ਨਹੀਂ, ਬੜਾ ਵੱਡਾ ਰਾਜ ਕੀਤਾ, ਉਹ ਵੀ ਮਿਟ ਗਿਆ ਇਸ ਦੁਨੀਆ ਤੇ। ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਸਾਰੇ ਇੰਨਾ ਕੋ ਇਹਨਾਂ ਦੀ ਹੈਗੀ ਹੈ। ਬਾਕੀ ਸਤਿਗੁਰਾਂ ਦਾ ਜੋ ਬਚਨ ਕਿ ਜਗ ਰਚਨਾ ਸਭ ਝੂਠ ਹੈ, ਜਾਂ ਕਹਿ ਲਈਏ ਜੋ ਉਪਜਿਓ ਸੋ ਬਿਨਸ ਹੈ, ਜਾਂ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸ ਹੈ ਨੀਤ। ਪਰ ਕਹਿੰਦੇ ਇੱਕ ਰੱਬ ਦਾ ਨਾਮ ਆ ਜਿਹੜਾ ਰਹਿੰਦਾ ਆ, ਆਦਿ ਸੱਚ
ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਉਹਨੇ ਰਹਿਣਾ ਆ, ਬਾਕੀ ਸਾਰਾ ਬਿਨਸ ਜਾਣਾ ਹੈ। ਫੇਰ ਭਾਈ ਕਿਉਂ ਇਹੋ ਜਿਹੇ ਕਰਮ ਕਰੀਏ ਦੁਨੀਆ ਤੇ ਜ਼ੁਲਮ ਵਾਲੇ। ਰਾਜ ਭਾਗ ਵੀ ਸਦਾ ਨਹੀਂ ਰਹਿੰਦੇ, ਸਾਡਾ ਸਰੀਰ ਵੀ ਸਦਾ ਨਹੀਂ ਰਹਿਣਾ। ਉਹ ਸੰਸਾਰ ਤੇ ਕਰਕੇ ਚੱਲੀਏ ਜਿਹਦੇ ਨਾਲ ਕੋਈ ਸਾਨੂੰ ਆਖੇ ਚੰਗਾ ਭਲਾ ਕਵੇ। ਸੋ ਇਸ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਉਹ ਕਿਹੜਾ ਰੱਬ ਦਾ ਨਾਮ ਹੀ ਜਿਹੜਾ ਸਦਾ ਰਹਿੰਦਾ ਹੈ। ਕਵੀ ਜੀ ਲਿਖਦੇ ਹਨ ਜੀ, ਧੂਪ ਛਾਮ ਜੇ ਸਮ ਕਰ ਸਹਿ, ਤਾ ਨਾਨਕ ਆਖੈ ਗੁਰ ਕੋ ਕਹੈ। ਧੂਪ ਤੇ ਛਾਮ ਦੋ ਸ਼ਬਦ ਨੇ, ਜਿਵੇਂ ਚੰਦਰਮਾ ਤੇ ਸੂਰਜ ਦੀ ਗੱਲ ਆਈ ਸੀ ਨਾ, ਸੀਤਲਤਾ ਤੇ ਤਪਸ। ਇੱਥੇ ਹੁਣ ਧੂਪ ਤੇ ਛਾਮ ਆ, ਧੁੱਪ ਦੀ ਤੇ ਛਾਂ ਦੀ ਗੱਲ ਹੈ। ਇਹ ਕਿਸ ਗੱਲ ਦਾ ਪ੍ਰਤੀਕ ਹੈ? ਦੁੱਖ ਤੇ ਸੁੱਖ। ਕਈ ਵਾਰੀ ਹੁੰਦਾ ਆਪਾਂ ਸੁੱਖ ਆਉਂਦਾ ਤੇ ਬੜੇ ਖੁਸ਼ ਹੁੰਦੇ ਆ, ਧਰਮੀ ਵੀ ਬਣ ਜਾਂਦੇ ਆ, ਪਰ ਜਦੋਂ ਦੁੱਖ ਆਉਂਦਾ ਹੈ ਫਿਰ ਉਲਾਮੇ ਵੀ ਦੇਣੇ ਸ਼ੁਰੂ ਕਰ ਦਿੰਦੇ ਆ। ਪਰ ਇਹ ਉਹ ਘਰ ਨਹੀਂ ਹੈ, ਇਹ ਤੇ ਤੱਤੀ ਤਵੀ ਤੇ ਵੀ ਬੈਠ ਕੇ ਆਂਦਾ, ਉਲਾਹਨ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਹ ਉਲਾਮਾ ਨਹੀਂ ਹੈ, ਤੇਰਾ ਕੀਆ ਮੀਠਾ ਲਾਗੇ ਦਾ ਸਿਧਾਂਤ ਹੈ। ਸਤਿਗੁਰੂ ਜੀ ਆਖਦੇ ਜਿਹਦੇ ਨਾਮ ਦੇ ਨਾਲ ਆਪਾਂ ਦੁੱਖ ਸੁੱਖ ਨੂੰ ਬਰਾਬਰ ਸਮਝਦੇ ਹਾਂ, ਤਾਂ ਨਾਨਕ ਆਖੇ ਗੁਰੂ ਕੋ ਕਹੈ। ਭਾਈ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ, ਸਤਿਗੁਰੂ ਜੀ ਆਖਦੇ ਹਨ ਜੀ, ਛੇਵਰ ਤਾਰੈ ਵਰ ਤਹਿ ਪੂਤ, ਨਾ ਸੰਸਾਰੀ ਨਾ ਅਵਧੂਤ। ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਭਾਈ ਇਹੋ ਜਿਹਾ ਜੀਵਨ ਬਣਾਈਏ ਕਿ ਜਿਹੜਾ ਕੁਝ ਕਿਸੇ ਨੂੰ ਸੇਧ ਦੇ ਸਕੇ, ਇਸ ਤਨ ਤੋਂ ਕੋਈ ਭਲਾ ਕਰ ਸਕੀਏ। ਵੇਖੋ ਇੱਕ ਦਰਖਤ ਵੀ ਰੱਬ ਨੇ ਪੈਦਾ ਕੀਤਾ ਆ, ਉਹ ਵੀ ਦੁਨੀਆ ਦਾ ਭਲਾ ਕਰਦਾ। ਕਿੰਨਾ ਭਲਾ ਕਰਦਾ, ਆਪਾਂ ਤੇ ਹੈਰਾਨ ਰਹਿ ਜਾਂਦੇ ਜਦੋਂ ਦਰਖਤ ਵੱਲ ਦੇਖੀਦਾ। ਫਲ ਵੀ ਦਿੰਦਾ ਆ ਤੇ ਸਾਨੂੰ ਉਹਦੀਆਂ ਡਾਹਣੀਆਂ, ਉਹਦਾ ਇੱਕ ਇੱਕ ਚੀਜ਼ ਉਹਦੀ ਕੰਮ ਆਉਂਦੀ ਹੈ। ਰੱਬ ਨੇ ਸਾਨੂੰ ਵੀ ਧਰਤੀ ਤੇ ਪੈਦਾ ਕੀਤਾ, ਅਸੀਂ ਵੀ ਇਹਦੇ ਨਾਲ ਉਪਕਾਰ ਕਰੀਏ, ਇਹਨਾਂ ਭਲਾ ਕਰ ਲਈਏ, ਨਾ ਕੋਈ ਮਾੜਾ ਕਾਰਜ ਨਾ ਕਰੀਏ ਭਾਈ ਜਿਹਦੇ ਨਾਲ ਸਾਡੇ ਤੇ ਕੋਈ ਆਖੇ ਕਿ ਇਹੋ ਜਿਹਾ ਚਵਗੱਤਾ ਪੈਦਾ ਹੋਇਆ। ਸੋ ਕਵੀ ਜੀ ਲਿਖਦੇ ਕਹਿੰਦੇ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਜਿਹੜਾ ਜੀਵ ਰਮੇ ਹੋਏ ਪਰਮੇਸ਼ਰ ਨੂੰ ਧਿਆਉਂਦਾ ਆ, ਕਹਿੰਦੇ ਕਿਰਤ ਕਰਦਾ ਆ, ਉਹ ਕਦੇ ਮੰਗਣ ਨਹੀਂ ਜਾਂਦਾ, ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਉਹ ਫਿਰ ਜੇ ਮੰਗਦਾ ਹੀ ਆ ਨਾ ਤੇ ਰੱਬ ਕੋਲੋਂ ਮੰਗਦਾ ਆ, ਉਹਦਾ ਭਿਖਾਰੀ ਬਣਦਾ, ਮਨੁੱਖਾਂ ਦਾ ਭਿਖਾਰੀ ਨਹੀਂ ਬਣਦਾ। ਰੱਬ ਨੇ ਜਿਹਨੂੰ ਵੀ ਪੈਦਾ ਕੀਤਾ, ਆਪਣੇ ਥਾਂ ਰੱਬ ਨੇ ਉਹਨੂੰ ਸੁਤੰਤਰਤਾ ਬਖਸ਼ੀ ਹੈ, ਜਿਹੜੀ ਵੀ ਕਿਰਤ ਬਖਸ਼ੀ ਹੈ। ਤੁਸੀਂ ਇਮਾਨਦਾਰੀ ਨਾਲ ਕਰੋ, ਧਰਮ ਦੇ ਨਾਲ ਕਰੋ। ਸੋ ਇਹ ਸਤਿਗੁਰੂ ਜੀ ਨੇ ਆਖਿਆ ਹੈ ਜੀ, ਨਾਨਕ ਬੋਲੇ ਸਤ ਸਰੂਪ, ਪਰਮ ਤੰਤ ਮਹਿ ਰੇਖ ਨਰੂਪ। ਭਾਈ ਜਿਹੜਾ ਵੀ ਸਤ ਸਰੂਪ ਪਰਮੇਸ਼ਰ ਨੂੰ ਯਾਦ ਕਰੇਗਾ, ਉਹੀ ਉਹਦੇ ਨਾਲ ਜੁੜ ਜਾਵੇਗਾ। ਹਾਂਜੀ, ਸੁਣ ਮੁਸਕੈ ਸਿਧ ਤੋਸ਼ਨ ਭਏ, ਬੋਲੇ ਬਹੁਰ ਨ ਕੋਏ। ਸਤਿਗੁਰਾਂ ਦੇ ਜਦੋਂ ਇਹ ਬਚਨ ਸੁਣੇ ਨਾ ਕਿ ਇਕੱਲੇ ਕੰਨ ਪੜਵਾਉਣ ਨਾਲ ਕੋਈ ਅਵਧੂਤੀ ਨਹੀਂ ਹੋ ਜਾਂਦਾ, ਬੈਰਾਗੀ ਨਹੀਂ ਬਣ ਜਾਂਦਾ, ਉਦਾਸੀ ਨਹੀਂ ਬਣ ਜਾਂਦਾ, ਸਿੱਧ ਜੋਗੀ ਨਹੀਂ ਬਣਦਾ, ਜਿੰਨਾ ਚਿਰ ਉਹਦਾ ਜੀਵਨ ਉਹੋ ਜਿਹਾ ਨਹੀਂ ਹੈ। ਕਹਿੰਦੇ ਜਦੋਂ ਸਤਿਗੁਰਾਂ ਦੇ ਬਾਣੀ ਦੇ ਬਚਨ ਸੁਣੇ, ਸਾਰੇ ਸਿੱਧ ਚੁੱਪ ਹੋਏ ਨੇ, ਬੋਲੇ ਬਹੁਰ ਨਾ ਕੋਏ। ਉਹਨਾਂ ਦੇ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ, ਤੂਸਨ ਹੋਏ ਨੇ, ਚੁੱਪ ਕਰਕੇ ਬਿਸਮਾਦ ਵਿੱਚ ਜਾਂਦੇ ਹਨ ਜੀ। ਚਰਚਾ ਮੈਂ ਹਾਰਤ ਨਹੀਂ, ਸਮਝਤ ਭੇ ਮਨ ਸੋਏ। ਹੁਣ ਮਨ ਵਿੱਚ ਵਿਚਾਰ ਕਰਦੇ ਨੇ, ਚਰਚਾ ਨਾਲ ਅਸੀਂ ਇਹ ਸੱਚੇ ਪਾਤਸ਼ਾਹ ਨੂੰ ਨਹੀਂ ਹਰਾ ਸਕਦੇ, ਸਮਝਤ ਭੇ ਮਨ ਸੋਏ। ਉਹਨਾਂ ਨੂੰ ਯਕੀਨ ਹੋ ਗਿਆ ਕਿ ਵਿਚਾਰ ਨਾਲ ਅਸੀਂ ਇਹਨਾਂ ਨੂੰ ਨਹੀਂ ਹਰਾ ਸਕਦੇ। ਹਾਂਜੀ, ਜੇ ਅਤ ਉੱਤਮ ਨਾਥ, ਮਗਨ ਧਿਆਨ ਮੈਂ ਤਬ ਰਹੇ। ਕਹਿੰਦੇ ਇਹ ਜਿਹੜੇ ਸਤਿਗੁਰੂ ਜੀ ਨੇ, ਇਹ ਵੀ ਕੋਈ ਉੱਚੇ ਨਾਥ ਨੇ, ਜਿਨ੍ਹਾਂ ਦਾ ਧਿਆਨ ਸੰਸਾਰ ਵਿੱਚ ਵਿਚਰਦਿਆਂ ਵੀ ਨਹੀਂ ਆਸੇ ਪਾਸੇ ਹੁੰਦਾ, ਤੇ ਨਾ ਇੱਥੇ ਆ ਕੇ। ਭਾਈ ਭਗਤ ਤੇ ਉਹੀ ਹੈ ਨਾ। ਭਾਈ ਮਨਸੁਖ ਦਾ ਜੀਵਨ ਪੜ੍ਹੋ, ਜੇਲ੍ਹ ਵਿੱਚ ਕੈਦ ਹੈ ਤਾਂ ਵੀ ਬਾਣੀ ਪੜ੍ਹਦਾ ਆ। ਰਾਜਾ ਹੈਰਾਨ ਹੋ ਜਾਂਦਾ ਕਿ ਇਹਨੂੰ ਕੈਦ ਵਿੱਚ ਵੀ ਇਹ ਗੀਤ ਸੁੱਝ ਰਹੇ ਨੇ, ਰੱਬ ਦੀ ਬਾਣੀ ਗਾ ਰਿਹਾ, ਕੁਛ ਗਾ ਰਿਹਾ, ਤੇ ਮੈਂ ਮਖਮਲ ਸੇਜਾਂ ਤੇ ਪਏ ਨੂੰ ਨੀਂਦ ਨਹੀਂ ਆ ਰਹੀ। ਇਹ ਕਾਰਨ ਕੀ ਹੈ ਭਾਈ? ਕਾਰਨ ਇਹੀ ਹੈ ਕਿ ਉਹ ਗੁਰੂ ਦੇ ਦੱਸੇ ਹੋਏ ਸਿਧਾਂਤ ਤੇ ਚੱਲਦੇ ਨੇ। ਭਾਵੇਂ ਉਹਨਾਂ ਸੜਕਾਂ ਤੇ ਬੈਠਣਾ ਪੈ ਜਾਵੇ, ਸਮੇਂ ਦੇ ਹਾਲਾਤਾਂ ਅਨੁਸਾਰ ਉੱਥੇ ਵੀ ਜੇ ਸਵਾ ਮਣ ਦੇ ਪੀਸਣੇ ਵੀ ਪੀਸਣੇ ਪੈਂਦੇ ਨੇ, ਆਪਣੇ ਬੱਚਿਆਂ ਦੇ ਟੁਕੜੇ ਝੋਲੀਆਂ ਵਿੱਚ ਵੀ ਪਾਉਣੇ ਪੈਂਦੇ ਨੇ,
ਤਾਂ ਵੀ ਆਖਦੇ ਨੇ ਪ੍ਰਮਾਤਮਾ ਦਿਨ ਤੇਰੀ ਰਜਾ ਵਿੱਚ ਬਤੀਤ ਹੋਇਆ, ਰਾਤ ਆਈ ਆਪਣੇ ਭਾਣੇ ਵਿੱਚ ਬਤੀਤ ਕਰਾਈ। ਐਸਾ ਜੀਵਨ ਸਤਿਗੁਰਾਂ ਨੇ ਸਾਨੂੰ ਬਖਸ਼ਿਆ। ਹੋਈਆਂ ਭੁੱਲਾਂ ਆਪ ਸੰਗਤਾਂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।